ਵਾਹਿਗੁਰੂ 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 ਵਾਹਿਗੁਰੂ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ, ਸਾਡੇ ਮਨ ਨੂੰ ਸਮਝਾਉਂਦੇ ਜਿੰਨਾ ਵੀ ਉਪਦੇਸ਼ ਦਿੱਤਾ ਜਾ ਰਿਹਾ। ਗੁਰੂ ਨਾਨਕ ਪਾਤਸ਼ਾਹ ਸਾਨੂੰ ਉਪਦੇਸ਼ ਕਰਦੇ, ਸਮਝਾਉਂਦੇ ਵੀ ਤਾਂ ਸਾਡਾ ਜਿਹੜਾ ਮਨ ਹੈ ਉਹਨੂੰ ਦੀਵਾਨਾ ਕਿਹਾ ਜਾਂਦਾ ਜੇ ਇਹ ਇੱਕ ਕਾਰ ਕਮਾਵੇ, ਇੱਕ ਦੀ ਭਗਤੀ ਕਰੇ, ਇੱਕ ਦੀ ਬੰਦਗੀ ਕਰੇ ਮਾਲਕ ਦੀ। ਜੋ ਮਾਲਕ ਦਾ ਹੁਕਮ ਹੈ ਉਹਦੀ ਪਹਿਚਾਣ ਕਰੇ, ਅਤੇ ਦੂਜੀ ਜਿਹੜੀ ਆਪਦੀ ਸਿਆਣਪ, ਆਪਦੀ ਮੱਤ, ਉਹਨੂੰ ਛੱਡ ਦੇਵੇ। ਸਤਿਗੁਰੂ ਫਰਮਾਉਂਦੇ, ਤੋ ਦੀਵਾਨਾ ਜਾਣੀਏ ਜਾਂ ਏਕਾਕਾਰ ਕਮਾਈ, ਹੁਕਮ ਪਛਾਣੇ ਖਸਮ ਕਾ, ਦੂਜੀ ਅਵਰ ਸਿਆਣਪ ਕਾਈ। ਵੀ ਅਸੀਂ ਉਹ ਜੋ ਸਾਡਾ ਪਤੀ ਪਰਮੇਸ਼ਰ ਹੈ ਉਹਦੇ ਹੁਕਮ ਨੂੰ ਜਾਣਨ, ਉਹਦੇ ਹੁਕਮ ਦੀ ਪਹਿਚਾਣ ਕਰਨੀ, ਉਹਦੇ ਹੁਕਮ ਦੇ ਵਿੱਚ ਆਉਣਾ। ਜੇ ਅਸੀਂ ਹੁਕਮ 'ਚ ਆ ਗਏ ਫਿਰ ਕਹਿੰਦੇ ਵੀ ਇਹ ਗੁਰਮੁਖ ਹੈ। ਦੀਵਾਨਾ ਕਹਿੰਦੇ ਗੁਰਮੁਖ। ਜਿਹੜਾ ਮਾਇਆ ਦਾ ਦੀਵਾਨਾ ਨਹੀਂ, ਪਰਮਾਤਮਾ ਨਿਰੰਕਾਰ ਵਾਹਿਗੁਰੂ ਦਾ ਦੀਵਾਨਾ, ਉਹਨੂੰ ਕਹਿੰਦੇ ਵੀ ਇਹ ਗੁਰਮੁਖ। ਹੁਣ ਅਸੀਂ ਤਾਂਹੀਓ ਗੁਰਮੁਖ ਹਾਂ ਜੇ ਅਸੀਂ ਹੁਣ ਇੱਕ ਦੀ ਕਾਰ ਕਮਾਉਂਦੇ, ਜੇ ਅਸੀਂ ਸਿਮਰਨ ਭਗਤੀ ਕਰਦੇ ਹਾਂ। ਜੋ ਸਾਡੇ ਮਨ ਨੂੰ ਇੱਕੋ ਹੀ ਕਾਰਜ ਦਿੱਤਾ ਗਿਆ, ਮਹਾਰਾਜ ਫਰਮਾਉਂਦੇ, ਰਾਮ ਸਿਮਰ ਇਹ ਤੇਰੇ ਕਾਜ ਹੈ। ਵੀ ਜਿਹੜੀ ਸਾਨੂੰ ਕਾਰ ਕਰਨ ਨੂੰ ਗੁਰੂ ਕਹਿ ਰਹੇ, ਸਤਿਗੁਰੂ ਕਹਿ ਰਹੇ, ਜੇ ਅਸੀਂ ਉਹ ਕਾਰ ਕਮਾਉਂਦੇ ਹਾਂ, ਜੇ ਅਸੀਂ ਇਸ ਮਾਰਗ ਦੇ ਉੱਤੇ ਚੱਲਦੇ ਹਾਂ ਗੁਰੂ ਦੇ ਦੱਸੇ 'ਤੇ, ਫਿਰ ਹੀ ਅਸੀਂ ਆਪਦੇ ਜੀਵਨ ਦਾ ਲਾਹਾ ਕੱਟ ਸਕਦੇ ਹਾਂ ਅਤੇ ਫਿਰ ਹੀ ਅਸੀਂ ਗੁਰਮੁਖ ਬਣ ਸਕਦੇ। ਮਹਾਰਾਜ ਤਾਂਹੀਓ ਫਰਮਾਉਂਦੇ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਬਈ ਗੁਰੂ ਦੀ ਦੱਸੀ ਹੋਈ ਕਾਰ ਕਮਾਵੋ।
ਗੁਰੂ ਦਾ ਕਹਿਣਾ ਮੰਨੋ। ਜਦੋਂ ਅਸੀਂ ਫਿਰ ਗੁਰੂ ਦੀ ਦੱਸੀ ਹੋਈ ਕਾਰ ਕਮਾਵਾਂਗੇ ਤੇ ਉਹ ਸਾਨੂੰ ਕਿਹੜੀ ਕਾਰੇ ਲਾਉਂਦੇ? ਉਹ ਸਾਨੂੰ ਕਹਿੰਦੇ ਵੀ ਸਿਮਰਨ ਕਰੋ। ਜਦੋਂ ਹੁਣ ਅਸੀਂ ਇਹ ਸਿਮਰਨ ਕਰਾਂਗੇ ਫਿਰ ਅਸੀਂ ਆਪਦੇ ਜੀਵਨ ਦਾ ਲਾਹਾ ਕੱਢ ਸਕਦੇ। ਇਸ ਵਾਸਤੇ ਫਿਰ ਆਪਣੇ ਮਨ ਨੂੰ ਸਮਝਾਉਂਦੇ ਵੀ ਤਾਈਓਂ ਤੂੰ ਗੁਰਮੁਖ ਹੈ ਜੇ ਤੂੰ ਦੱਸੀ ਹੋਈ ਗੁਰੂ ਦੀ ਕਾਰ ਕਮਾਉਂਦਾ ਹੈ, ਅਤੇ ਜੇ ਤੂੰ ਪਰਮਾਤਮਾ ਦੇ ਹੁਕਮ ਨੂੰ ਪਛਾਣਦਾ ਹੈ ਤੇ ਹੁਕਮ ਦੇ ਵਿੱਚ ਆ ਜਾਂਦਾ। ਇਹ ਆਪਦੀ ਜਿਹੜੀ ਸਿਆਣਪ ਆਪਦੀ ਮਾਤੇ ਨੂੰ ਛੱਡ ਦਿੰਦਾ। ਹੁਣ ਅਸੀਂ ਪਰਮਾਤਮਾ ਦਾ ਜਿਹੜਾ ਹੁਕਮ ਹੈ ਉਹਦੀ ਪਹਿਚਾਣ ਕਰ ਲਈ। ਹੁਕਮ ਪਛਾਣੇ ਖਸਮ ਕਾ, ਵੀ ਜਿਹੜਾ ਸਾਡੇ ਸਾਰਿਆਂ ਦਾ ਖਸਮ ਸਾਡਾ ਪਤੀ ਹੈ, ਉਹਦੇ ਅਸੀਂ ਹੁਕਮ ਦੀ ਪਹਿਚਾਣ ਕਰਨੀ ਵੀ ਉਹ ਹੁਕਮ ਕੀ ਹੈ। ਜੇ ਅਸੀਂ ਉਹ ਹੁਕਮ ਨੂੰ ਬੁੱਝ ਲਾਂਗੇ, ਹੁਕਮ ਦੀ ਪਹਿਚਾਣ ਕਰ ਲਾਂਗੇ, ਹੁਕਮ ਦੇ ਵਿੱਚ ਆ ਜਾਵਾਂਗੇ, ਫਿਰ ਸਾਡੇ ਅੰਦਰੋਂ ਜਿਹੜੀ ਹਉਮੈ ਹੈ, ਜਿਹੜਾ ਆਪਣਾ ਆਪਾ ਸਾਡਾ ਫਿਰ ਉਹ ਖਤਮ ਹੋਏਗਾ, ਫਿਰ ਉਹ ਮਿਟੇਗਾ। ਮਹਾਰਾਜ ਤਾਈਓਂ ਸਾਨੂੰ ਰੋਜ਼ ਫਰਮਾਉਂਦੇ, ਨਾਨਕ ਹੁਕਮੇ ਜੀ ਬੁੱਝੇ ਤਾਂ ਹਉਮੈ ਕਹੇ ਨਾ ਕੋਈ। ਜੇ ਅਸੀਂ ਹੁਕਮ ਨੂੰ ਬੁੱਝ ਲਾਂਗੇ ਤੇ ਹਉਮੈ ਤੋਂ ਰਹਿਤ ਹੋ ਜਾਵਾਂਗੇ। ਜੇ ਹੁਣ ਅਸੀਂ ਹੁਕਮ ਨੂੰ ਨਹੀਂ ਬੁੱਝਦੇ ਫਿਰ ਸਾਡੇ ਅੰਦਰ ਹਉਮੈ ਹੁੰਦੀ, ਹੰਕਾਰ ਹੁੰਦਾ, ਫਿਰ ਅਸੀਂ ਆਪਦੇ ਆਪ ਨੂੰ ਪਰਮਾਤਮਾ ਤੋਂ ਵੱਖਰੀ ਸਮਝਦੇ। ਮਹਾਰਾਜ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਹੁਕਮ ਨੂੰ ਪਛਾਣੋ ਤੇ ਹੁਕਮ ਦੇ ਵਿੱਚ ਆਓ। ਹੁਣ ਹੁਕਮ ਕੀ ਹੈ ਉਹਦਾ ਭੇਦ ਸਾਨੂੰ ਸਤਿਗੁਰੂ ਗੁਰਬਾਣੀ ਗੁਰੂ ਰਾਹੀਂ ਦੇ ਰਹੇ। ਮਹਾਰਾਜ ਦੱਸਦੇ ਵੀ ਇੱਕ ਜਿਹੜਾ ਨਾਮ ਹੈ ਉਹ ਸਾਡੇ ਸਾਰਿਆਂ ਦੇ ਮਨਾਂ ਵਾਸਤੇ ਹੁਕਮ ਹੈ। ਸਤਿਗੁਰਾਂ ਦੀ ਬਾਣੀ ਉਹ ਸਾਨੂੰ ਹੁਕਮ ਨੂੰ ਬੁਝਾਉਂਦੇ, ਹੁਕਮ ਦਾ ਭੇਦ ਦਿੰਦੇ। ਮਹਾਰਾਜ ਫਰਮਾਉਂਦੇ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਵ। ਸਤਿਗੁਰਾਂ ਦੀ ਬਾਣੀ ਸਾਨੂੰ ਉਹ ਹੁਕਮ ਦਾ ਭੇਦ ਦੇ ਰਹੀ ਵੀ ਹੁਕਮ ਕੀ ਹੈ ਸਾਡੇ ਵਾਸਤੇ। ਹੁਕਮ ਇੱਕੋ ਹੀ ਹੈ ਸਾਡੇ ਸਾਰਿਆਂ ਲਈ, ਨਾਮ ਪਰਮਾਤਮਾ ਦੀ ਜਿਹੜੀ ਆਵਾਜ਼ ਹੈ ਮੁਖ ਦੀ, ਜਿਹਨੂੰ ਅਨਹਦ ਸ਼ਬਦ ਕਹਿੰਦੇ, ਜਿਹਨੂੰ ਸ਼ਬਦ ਗੁਰੂ ਕਹਿੰਦੇ, ਉਹ ਸ਼ਬਦ ਗੁਰੂ ਨਾਮ ਸਾਡੇ ਸਾਰਿਆਂ ਦੇ ਮਨਾਂ ਵਾਸਤੇ ਹੁਕਮ ਹੈ। ਜੇ ਤਾਂ ਅਸੀਂ ਉਹ ਨਾਮ ਨੂੰ ਸੁਣਦੇ ਹਾਂ ਤੇ ਅਸੀਂ ਹੁਕਮ ਦੇ ਵਿੱਚ, ਜੇ ਅਸੀਂ ਉਹ ਨਾਮ ਤੋਂ ਟੁੱਟੇ ਹੋਏ ਹਾਂ, ਅਸੀਂ ਨਾਮ ਨੂੰ ਨਹੀਂ ਸੁਣਦੇ, ਫਿਰ ਅਸੀਂ ਹੁਕਮ ਤੋਂ ਆਕੀ। ਜਿਹੜੇ ਜੀਵ ਹੁਕਮ ਤੋਂ ਆਕੀ ਹੋ ਗਏ ਫਿਰ ਉਹ ਜੋ ਵੀ ਕਰਮ ਕਰਦੇ ਉਹਨੂੰ ਗੁਰਬਾਣੀ ਗੁਰੂ ਵਿੱਚ ਪਾਪ ਆਖੀ। ਚਾਹੇ ਅਸੀਂ ਆਪਦੇ ਜਾਣੇ ਬੜੇ ਚੰਗੇ ਕੰਮ ਕਰੀਏ, ਜੇ ਅਸੀਂ ਹੁਕਮ ਤੋਂ ਆਕੀ ਹਾਂ ਫਿਰ ਗੁਰਬਾਣੀ ਗੁਰੂ ਵਿੱਚ ਉਹਨੂੰ ਪਾਪ ਕਹਿੰਦੇ ਵੀ ਇਹ ਪਾਪ ਕਰਦੇ ਨੇ, ਹੁਕਮ ਤੋਂ ਆਕੀ ਹੋ ਕੇ ਕਰ ਰਹੇ। ਜਿਨ੍ਹਾਂ ਨੇ ਨਾਮ ਨੂੰ ਵਿਸਾਰ ਕੇ ਹੋਰ ਕਰਮ ਨੂੰ ਜ਼ਿਆਦਾ ਅਹਿਮੀਅਤ ਦੇ ਦਿੱਤੀ, ਹੁਕਮ ਨੂੰ ਭੁੱਲ ਗਏ, ਹੁਕਮ ਨੂੰ ਵਿਸਾਰ ਦਿੱਤਾ, ਉਹਨਾਂ ਨੂੰ ਫਿਰ ਗੁਰਬਾਣੀ ਗੁਰੂ ਵਿੱਚ ਚੋਰ ਆਖੀ ਵੀ ਇਹ ਚੋਰ ਨੇ, ਹੁਕਮ ਤੋਂ ਆਕੀ। ਫਿਰ ਉਹਨਾਂ ਨੂੰ ਇਸ ਤਰ੍ਹਾਂ ਕੁੱਟ ਪੈਂਦੀ ਜਿਵੇਂ ਇੱਕ ਚੋਰ ਨੂੰ ਦੂਜੇ ਘਰ ਉਹ ਸੰਨ ਲਾਉਂਦਾ, ਉਹ ਚੋਰ ਨੂੰ ਫੜ ਲਿਆ ਜਾਂਦਾ ਤੇ ਚੋਰ ਦੇ ਕੁੱਟ ਪੈਂਦੀ। ਇਸੇ ਤਰ੍ਹਾਂ ਹੀ ਜਿਨ੍ਹਾਂ ਜੀਵਾਂ ਨੇ ਫਿਰ ਹੁਕਮ ਨੂੰ ਨਹੀਂ ਬੁੱਝਿਆ, ਜਿਹੜੇ ਹੁਕਮ ਤੋਂ ਆਕੀ ਹੋ ਗਏ, ਫਿਰ ਉਹਨਾਂ ਦੀ ਇਹੋ ਹਾਲਤ ਦੱਸਦੇ, ਫਿਰ ਉਹਨਾਂ ਨੂੰ ਜਮਾਂ ਦੀ ਮਾਰ ਪੈਂਦੀ। ਮਾਰੇ ਫਰਮਾਉਂਦੇ, ਜਿਨੀ ਨਾਮ ਵਿਸਾਰਿਆ ਬਹੁ ਕਰਮ ਕਮਾਵਣ ਹੋਰ, ਨਾਨਕ ਜੰਪਰ ਵੱਧੇ ਮਾਰੀਏ ਜਿਉ ਸੰਨੀ ਉੱਪਰ ਚੋਰ। ਵੀ ਉਹਨਾਂ ਨੂੰ ਜਮਾਂ ਦੀ ਮਾਰ ਪੈਣੀ ਜਿਹੜੇ ਹੁਕਮ ਤੋਂ ਆਕੀ ਨੇ, ਜਿਨ੍ਹਾਂ ਨੇ ਨਾਮ ਨੂੰ ਵਿਸਾਰਿਆ ਹੋਏ, ਜਿਹੜੇ ਨਾਮ ਤੋਂ ਆਕੀ ਹੋਏ ਫਿਰਦੇ, ਹੁਕਮ ਤੋਂ ਆਕੀ ਹੋਏ ਫਿਰਦੇ। ਹੁਣ ਜੇ ਅਸੀਂ ਹੁਕਮ ਨੂੰ ਬੁੱਝ ਲਾਂਗੇ ਫਿਰ ਹੀ ਅਸੀਂ ਬੰਦੇ। ਹੁਕਮ ਪਛਾਣੇ ਇੱਕੋ ਜਾਣੇ ਬੰਦਾ ਕਹੀਏ ਸੋਈ,
ਜਿਹਦਾ ਅਸੀਂ ਹੁਕਮ ਦੀ ਪਹਿਚਾਣ ਕਰਦੇ, ਫਿਰ ਸਾਡੇ ਮਨ ਨੂੰ ਕਹਿੰਦੇ ਵੀ ਇਹ ਮਾਨਸ ਹੈ, ਇਹ ਬੰਦਾ ਹੈ। ਜੇ ਹੁਣ ਅਸੀਂ ਹੁਕਮ ਤੋਂ ਵਾਕੀ ਹਾਂ, ਫਿਰ ਕਹਿੰਦੇ ਵੀ ਇਹ ਉਹਦਾ ਤਾਂ ਆਪਦੇ ਆਪ ਨੂੰ ਮਾਨਸ ਕਹਿੰਦੇ, ਪਰ ਹੈ ਇਹ ਪਸ਼ੂਆਂ ਵਰਗੇ ਨੇ। ਫਿਰ ਕਹਿੰਦੇ ਇਹ ਪਸ਼ੂਆਂ ਤੋਂ ਵੀ ਭੈੜੇ ਨੇ, ਇਹ ਪ੍ਰੇਤਾਂ ਵਰਗੇ ਨੇ, ਇਹ ਪ੍ਰੇਤ ਨੇ। ਮਹਾਰਾਜ ਤਾਂਹੀਓ ਸਾਨੂੰ ਫਿਰ ਸਮਝਾਉਂਦੇ ਵੀ ਜਿਨ੍ਹਾਂ ਨੇ ਹੁਕਮ ਨੂੰ ਨਹੀਂ ਬੁੱਝਿਆ, ਉਹਨਾਂ ਨੂੰ ਬੇਸ਼ੱਕ ਮਾਨਸ ਜਾਮਾਂ ਤਾਂ ਮਿਲ ਗਏ, ਪਰ ਉਹਨਾਂ ਦੀਆਂ ਜਿਹੜੀਆਂ ਕਰਤੂਤਾਂ ਉਹ ਫਿਰ ਪਸ਼ੂਆਂ ਵਾਲੀਆਂ ਨੇ। ਮਹਾਰਾਜ ਫਰਮਾਉਂਦੇ ਕਰਤੂਤ ਪਸ਼ੂ ਕੀ ਮਾਨਸ ਜਾਤ, ਵੀ ਉਹਦਾ ਤਾਂ ਕਹਿੰਦੇ ਅਸੀਂ ਮਾਨਸ ਹਾਂ, ਪਰ ਹੈ ਇਹ ਪਸ਼ੂਆਂ ਵਰਗੇ ਨੇ, ਪਸ਼ੂਆਂ ਤੋਂ ਵੀ ਭੈੜੇ ਨੇ। ਜਿਹੜੇ ਜੀਵ ਫਿਰ ਨਹੀਂ ਸਤਸੰਗਤ ਕਰਦੇ, ਉਹਨਾਂ ਨੂੰ ਮਹਾਰਾਜ ਕਹਿੰਦੇ ਵੀ ਇਹ ਪਸ਼ੂਆਂ ਦੀ ਨਿਆਈ। ਬੇਸ਼ੱਕ ਮਾਨਸ ਜਾਮਾਂ ਤਾਂ ਮਿਲ ਗਏ, ਪਰ ਮਾਨਸ ਜਾਮੇ ਵਿੱਚ ਹੁੰਦੇ ਹੋਏ ਵੀ ਜਿਹੜੀ ਇਹਨਾਂ ਦੀ ਬੁੱਧੀ ਹੈ ਉਹ ਪਸ਼ੂਆਂ ਵਰਗੀ। ਮਹਾਰਾਜ ਫਰਮਾਉਂਦੇ ਆਪਾਂ ਨੂੰ ਵੀ ਜਿਹੜੇ ਜੀਵ ਨਹੀਂ ਸਤਸੰਗ ਚਾਹੁੰਦੇ, ਉਹਨਾਂ ਪ੍ਰਥਾਈ ਫਿਰ ਸਤਿਗੁਰੂ ਸਮਝਾਉਂਦੇ ਵੀ ਇਹ ਪਸ਼ੂਆਂ ਦੀ ਨਿਆਈ, ਤੇ ਇਹ ਪਸ਼ੂਆਂ ਵਾਂਗੂ ਹੀ ਲੜਦੇ ਝਗੜਦੇ ਤੇ ਚੋਰ ਨੇ, ਕਿਉਂਕਿ ਇਹਨਾਂ ਨੇ ਹੁਕਮ ਨੂੰ ਬੁੱਝਿਆ ਨਹੀਂ, ਹੁਕਮ ਤੋਂ ਵਾਕੀ ਹੋਏ। ਮਹਾਰਾਜ ਫਰਮਾਉਂਦੇ ਬਿਨ ਸੰਗਤੀ ਸਭ ਐਸੇ ਰਹੇ, ਜੈਸੇ ਪਸ਼ ਢੋਰ, ਜਿਨ ਕੀਤੀ ਤਿਸੇ ਨਾ ਜਾਣਨੀ, ਬਿਨ ਨਾਮੇ ਸਭ ਚੋਰ। ਵੀ ਇਹ ਨਾਮ ਤੋਂ ਬਿਨਾਂ ਚੋਰ ਨੇ। ਜਿਨਨੇ ਸਾਡੀ ਸਿਰਜਣਾ ਕੀਤੀ ਮਾਲਕ ਨੇ, ਅਸੀਂ ਉਹ ਸਿਰਜਣਹਾਰ ਨੂੰ ਜਾਣਿਆ ਨਹੀਂ ਤੇ ਹੁਕਮ ਨੂੰ ਬੁੱਝਿਆ ਨਹੀਂ, ਹੁਕਮ ਦੇ ਵਿੱਚ ਨਹੀਂ ਆਏ। ਮਹਾਰਾਜ ਕਹਿੰਦੇ ਵੀ ਬੜੇ ਚਿਰਾਂ ਬਾਅਦ, ਕਈਆਂ ਯੁੱਗਾਂ ਬਾਅਦ ਮਾਨਸ ਜਾਮਾ ਤਾਂ ਮਿਲ ਗਏ, ਪਰ ਮਾਨਸ ਜਾਮੇ ਵਿੱਚ ਹੁੰਦੇ ਹੋਏ ਜੇ ਅਸੀਂ ਸਿਰਜਣਹਾਰ ਦੀ ਪਹਿਚਾਣ ਨਾ ਕੀਤੀ, ਹੁਕਮ ਨੂੰ ਅਸੀਂ ਬੁੱਝਿਆ ਨਹੀਂ, ਹੁਕਮ ਦੇ ਵਿੱਚ ਨਹੀਂ ਆਏ, ਫਿਰ ਕਹਿੰਦੇ ਵੀ ਇਹ ਮਾਨਸ ਜਾਮੇ ਵਿੱਚ ਹੁੰਦੇ ਹੋਏ ਵੀ ਇਹ ਪਸ਼ੂਆਂ ਤੇ ਪ੍ਰੇਤਾਂ ਤੋਂ ਵੀ ਭੈੜੇ ਨੇ। ਮਹਾਰਾਜ ਫਰਮਾਉਂਦੇ ਚਿਰੰਕਾਲ ਪਾਈ ਦੁਰਲੰਭ ਦੇ, ਨਾਮ ਬਿਹੋਣੀ ਹੋਈ ਖੇ, ਪਸ਼ੂ ਪ੍ਰੇਤ ਮੁਗਤ ਬੁਰੀ, ਤਿਸੇ ਨਾ ਬੂਝੇ ਜੈਨੇ ਹੋ ਸਿਰੀ। ਬਈ ਮਾਨਸ ਜਾਮਾ ਤਾਂ ਮਿਲ ਗਿਆ, ਪਰ ਸਿਰਜਣਹਾਰ ਦੀ ਪਹਿਚਾਣ ਨਹੀਂ ਕੀਤੀ ਵੀ ਸਾਨੂੰ ਕਿਹਨੇ ਮਾਨਸ ਜਾਮਾ ਦਿੱਤਾ, ਸਾਨੂੰ ਸਵਾਸ ਦੇ ਕੇ ਕੌਣ ਜਿਉਂਦਾ ਰੱਖ ਰਿਹਾ, ਉਹ ਸਵਾਸ ਦੇਣ ਵਾਲੇ ਨੂੰ ਹੀ ਭੁੱਲ ਗਏ। ਜੋ ਸਾਡੇ ਵਾਸਤੇ ਹੁਕਮ ਸੀ, ਉਹ ਹੁਕਮ ਨੂੰ ਵੀ ਭੁੱਲ ਗਏ ਤੇ ਹੁਕਮ ਤੋਂ ਵਾਕੀ ਹੋ ਗਏ। ਫਿਰ ਇਸ ਅਵਸਥਾ 'ਚ ਕਹਿੰਦੇ ਵੀ ਦੇਖਣ ਨੂੰ ਤਾਂ ਮਾਨਸ ਨੇ, ਪਰ ਹੈ ਪਸ਼ੂਆਂ ਵਰਗੇ ਨੇ। ਸਤ ਸੰਗਤ ਤੋਂ ਬਿਨਾਂ ਇਹਨਾਂ ਦਾ ਜੀਵਨ ਪਸ਼ੂਆਂ ਵਾਲਾ ਹੈ। ਜਿਵੇਂ ਪਸ਼ੂ ਭਾਰ ਢੋਂਦਾ, ਮਨਮੁੱਖ ਸਾਰੀ ਉਮਰ ਭਾਰ ਹੀ ਢੋਂਦਾ ਰਹਿੰਦਾ ਦੂਜਿਆਂ ਦਾ। ਕਿਸੇ ਦੀ ਨਿੰਦਿਆ ਕਰ ਲਈ, ਉਹਦਾ ਭਾਰ ਚੁੱਕ ਕੇ ਸੁੱਟ ਲਿਆ, ਕਿਸੇ ਨਾਲ ਦੌਦਾ ਕਰ ਲਈ, ਈਰਖਾ ਕਰ ਲਈ, ਨਫ਼ਰਤ ਕਰ ਲਈ, ਫਿੱਕੇ ਬੋਲ ਲਏ। ਮਨਮੁੱਖ ਦਾ ਜਿਹੜਾ ਜੀਵਨ ਉਹ ਇਸ ਤਰ੍ਹਾਂ ਪਸ਼ੂਆਂ ਵਰਗਾ, ਪਸ਼ੂਆਂ ਵਾਂਗੂ ਝਗੜਦਾ, ਹਰ ਸਮੇਂ ਦੌਦਾ ਵੈਰ ਵਿਰੋਧ ਦੇ ਵਿੱਚ। ਤਾਂ ਫਿਰ ਮਹਾਰਾਜ ਕਹਿੰਦੇ ਵੀ ਸਤ ਸੰਗਤ ਤੋਂ ਬਿਨਾਂ, ਵੀ ਜਿਵੇਂ ਪਸ਼ੂ ਭਾਰ ਢੋਂਦਾ, ਮਨਮੁੱਖ ਦੂਜਿਆਂ ਦਾ ਭਾਰ ਹੀ ਢੋਂਦਾ ਰਹਿੰਦਾ, ਦੂਜਿਆਂ ਦੇ ਔਗਣ ਫਰੋਲ ਕੇ, ਕਿਸੇ ਦੀ ਨਿੰਦਿਆ ਕਰਕੇ। ਐਸੀ ਅਵਸਥਾ ਜਦੋਂ ਜੀਵ ਚੱਲਦਾ, ਉਹਨੂੰ ਕਹਿੰਦੇ ਆਤਮਘਾਤੀ। ਵੀ ਮਨਮੁੱਖ ਹੈ, ਆਪਦੀ ਹੱਤਿਆ ਆਪ ਹੀ ਕਰ ਰਿਹਾ ਹੈ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਾਂ ਵੀ ਕੋਈ ਜੀਵ ਆਤਮ ਹੱਤਿਆ ਕਰ ਲਵੇ ਤੇ ਜੀਵ ਉਹਦੀ ਨਿੰਦਾ ਕਰਦੇ, ਵੀ ਇਹਨੂੰ ਇੱਦਾਂ ਨਹੀਂ ਸੀ ਕਰਨਾ ਚਾਹੀਦਾ, ਨੇ ਬੜਾ ਮਾੜਾ ਕੰਮ ਕੀਤਾ, ਕੀ ਲੋੜ ਸੀ ਮਰਨ ਦੀ ਇਹਨੂੰ। ਔਰ ਇਸੇ ਤਰ੍ਹਾਂ ਹੀ ਜਦੋਂ ਅਸੀਂ ਕਿਸੇ ਦੀ ਨਿੰਦਿਆ ਕਰਦੇ ਹਾਂ, ਗੁਰਬਾਣੀ ਗੁਰੂ 'ਚ ਸਾਨੂੰ ਕਹਿੰਦੇ ਵੀ ਆਤਮ ਹੱਤਿਆ ਕਰ ਰਹੇ ਨੇ।
ਇਹ ਆਤਮਘਾਤੀ ਹੋਏ ਹੋਏ ਦੂਜਿਆਂ ਦਾ ਭਾਰ ਚੁੱਕ ਚੁੱਕ ਕੇ ਬਿਨਾਂ ਮਨਜ਼ੂਰੀ ਤੋਂ ਹੀ ਇਹ ਸੁੱਟੀ ਜਾਂਦੇ ਦਰਗਾਹ ਦੇ ਵਿੱਚ, ਜਿਹੜਾ ਅੰਤ ਸਮੇਂ ਨਾਲੇ ਤਾਂ ਸਾਨੂੰ ਭਾਰ ਚੁੱਕਣਾ ਪੈਂਦਾ, ਨਾਲੇ ਸਾਡੀ ਕੁੱਟ ਪੈਂਦੀ। ਮਾਰੇ ਫਰਮਾਉਂਦੇ ਮਨਮੁਖ ਅੰਧੇ ਸੁਧ ਨਾ ਕਾਈ, ਆਤਮਘਾਤੀ ਹੈ ਜਗਤ ਕਸਾਈ। ਨਿੰਦਾ ਕਰ ਕਰ ਬਹੁ ਭਾਰ ਉਠਾਵੇ, ਬਿਨ ਮਨਜ਼ੂਰੀ ਭਾਰ ਪਹੁੰਚਾਵਣੇ। ਬਈ ਇੱਕ ਤਾਂ ਆਪਾਂ ਦੇਖਦੇ ਵੀ ਜਿਵੇਂ ਜੀਵ ਪੈਸੇ ਲੈ ਕੇ ਮਨਜ਼ੂਰੀ ਲੈ ਕੇ ਦੂਜੇ ਦਾ ਭਾਰ ਸੁੱਟਦੇ ਚੱਕ ਕੇ, ਮਨਮੁਖ ਜਿਹੜਾ ਬਿਨਾਂ ਮਨਜ਼ੂਰੀ ਤੋਂ ਹੀ ਜਿਹਨੂੰ ਜਾਣਦਾ ਵੀ ਨਹੀਂ ਉਹਦਾ ਵੀ ਭਾਰ ਚੁੱਕ ਚੁੱਕ ਕੇ ਅਗਿਆਨਤਾ ਵਿੱਚ ਸੁੱਟੀ ਜਾਂਦੀ, ਨਿੰਦਿਆ ਕਰ ਕਰਕੇ। ਹੌਲੀ ਜਦੋਂ ਨਿੰਦਿਆ ਕਰਦਾ ਇਹ ਸਾਰਾ ਜਿਹੜਾ ਭਾਰ ਦੂਜੇ ਦਾ ਇਹ ਚੱਕ ਚੱਕ ਕੇ ਸੁੱਟਦਾ, ਅੰਤ ਸਮੇਂ ਫਿਰ ਇਹਦੇ ਉਹ ਪੰਡਾਂ ਬੰਨ੍ਹ ਕੇ ਸਿਰ ਦੇ ਉੱਤੇ ਰੱਖ ਦਿੱਤੀਆਂ ਜਾਂਦੀ ਅਤੇ ਜਮਾਂ ਨੂੰ ਧਰਮ ਰਾਏ ਹੁਕਮ ਕਰ ਦਿੰਦੇ ਵੀ ਇਹਦੇ ਸਿਰ 'ਚ ਡੰਡਾ ਮਾਰਨਾ। ਜਦੋਂ ਇਹ ਮਾੜਾ ਜਿਹਾ ਨਿਵੇਂ, ਫਿਰ ਇੱਥੇ ਮਨਮੁਖ ਦੇ ਪੈਰਾਂ ਦੇ ਵਿੱਚ, ਪੈਰਾਂ ਤੋਂ ਨੰਗਾ, ਅੰਦਰ ਹਉਮੈ ਹੰਕਾਰ ਹੈ ਅਤੇ ਹਉਮੈ ਦਾ ਕੰਡਾ ਚੁੱਭਦਾ ਅਤੇ ਸਿਰ ਦੇ ਉੱਤੇ ਵਜਨ ਰੱਖਿਆ ਹੋਇਆ ਅਤੇ ਉੱਧਰੋਂ ਸਿਰ 'ਚ ਡੰਡੇ ਪੈਂਦੇ। ਇਹ ਮਨਮੁਖ ਦਾ ਫਿਰ ਅੰਤ ਸਮੇਂ ਜਿਹੜਾ ਹਾਲ ਹੁੰਦਾ, ਜੋ ਗੁਰਮੁਖਾਂ ਨੇ ਦੇਖਿਆ ਉਹ ਦੇਖ ਕੇ ਗੁਰਬਾਣੀ ਗੁਰੂ 'ਚ ਦੱਸਿਆ। ਜਿਵੇਂ ਆਮ ਜੀ ਵੀ ਕਹਿੰਦਾ ਵੀ ਅੱਗਾ ਕਿਹੜਾ ਦੇਖਿਆ ਜੀ ਕਿਸੇ ਨੂੰ, ਜਿਨ੍ਹਾਂ ਨੇ ਦੇਖਿਆ ਅੱਗਾ ਫਿਰ ਉਹ ਦੇਖ ਕੇ ਆਪਾਂ ਨੂੰ ਦੱਸਦੇ। ਮਾਰੇ ਰੋਈ ਫਰਮਾਉਂਦੇ ਸਾਕਤ ਹਰ ਰਸ ਸਾਧ ਨ ਜਾਣੇ, ਤਨ ਅੰਤਰ ਹਉਮੈ ਕੰਡਾ ਹੈ, ਜਿਉਂ ਜਿਉਂ ਚਲੇ ਚੁਭੇ ਦੁੱਖ ਪਾਵੇ, ਜਮਕਾਲ ਸਹੀ ਸੇ ਡੰਡਾ ਹੈ। ਵੀ ਮਨਮੁਖ ਦੇ ਪੈਰਾਂ 'ਚ ਹਉਮੈ ਦਾ ਕੰਡਾ ਚੁੱਭਦਾ ਅਤੇ ਸਿਰ 'ਚ ਡੰਡੇ ਪੈਂਦੇ ਅਤੇ ਉੱਤੋਂ ਵਜਨ ਰੱਖਿਆ ਹੋਇਆ ਸਿਰ 'ਤੇ। ਵੀ ਹੋ ਗਏ ਉਹਨੇ ਇੱਧਰ ਸਤ ਸੰਗਤ ਨਹੀਂ ਕੀਤੀ, ਉਹਨੇ ਹਰ ਰਸ ਨੂੰ ਨਹੀਂ ਜਾਣਿਆ। ਜਿਹੜੀ ਸਾਡੇ ਮਨ ਦੀ ਖੁਰਾਕ ਸੀ ਉਹਨੇ ਉਹ ਹਰੀ ਦਾ ਰਸ ਨਹੀਂ ਲਿਆ, ਮਾਇਆ ਦੇ ਰਸਾਂ ਖਸਾਂ 'ਚ ਹੀ ਪਿਆ ਰਿਹਾ। ਹੁਣ ਤਾਈਆਂ ਸਾਨੂੰ ਸਮਝਾਉਂਦੇ ਵੀ ਜਿਨ੍ਹਾਂ ਨੇ ਇਹ ਹਰ ਰਸ ਦੀ ਨਹੀਂ ਪ੍ਰਾਪਤੀ ਕੀਤੀ ਉਹ ਭਾਗਾਂ ਤੋਂ ਹੀਣੇ ਨੇ, ਉਹਨਾਂ ਨੂੰ ਨਭਾਗੇ ਕਹਿੰਦੇ। ਉਹ ਜਮਾਂ ਦੇ ਵਸ ਨੇ ਅਤੇ ਵਾਪਸ ਜੂਨਾਂ 'ਚ ਜਾਣਗੇ। ਮਹਾਰਾਜ ਆਪਾਂ ਨੂੰ ਰੋਜ਼ ਫਰਮਾਉਂਦੇ ਜੈਨ ਹਰ 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 ਰਸ ਨਾਮ ਨਾ ਜਾਣੇ, ਅਤੇ ਭਾਗਹੀਣ ਜਮ ਪਾਸ। ਵੀ ਜਿਨ੍ਹਾਂ ਦੇ ਇਹ ਹਰ ਰਸ ਨੂੰ ਨਹੀਂ ਜਾਣੇ ਆ, ਜਿਨ੍ਹਾਂ ਨੇ ਨਾਮ ਰਸ ਦੀ ਨਹੀਂ ਪ੍ਰਾਪਤੀ ਕੀਤੀ ਉਹ ਭਾਗਾਂ ਤੋਂ ਹੀਣੇ ਅਤੇ ਜਮਾਂ ਦੇ ਵਸ ਨੇ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਸਾਡਾ ਜਿਹੜਾ ਮਨ ਹੈ ਇਹ ਮਨ ਦੀ ਖੁਰਾਕ ਵੱਖਰੀ ਹੈ, ਤਨ ਦੀ ਖੁਰਾਕ ਵੱਖਰੀ ਹੈ ਸਰੀਰ ਦੀ। ਹੁਣ ਅਸੀਂ ਜਿਵੇਂ ਸੰਸਾਰ ਦੇ ਵਿੱਚ ਕਰਮ ਕਰਦੇ, ਇਹ ਤਨ ਵਾਸਤੇ, ਸਰੀਰ ਵਾਸਤੇ, ਕੋਈ ਨੌਕਰੀ ਕਰਦਾ, ਕੋਈ ਦਿਹਾੜੀ ਕਰਦਾ, ਕੋਈ ਜੀਵ ਖੇਤੀਬਾੜੀ ਕਰਦਾ, ਕੋਈ ਦੁਕਾਨਦਾਰੀ ਕਰਦਾ। ਇਹ ਅਸੀਂ ਇਹ ਤਨ ਵਾਸਤੇ ਕਰਦੇ, ਸਰੀਰ ਵਾਸਤੇ। ਜਦੋਂ ਅਸੀਂ ਇਹ ਕਰਾਂਗੇ ਇਹਦੇ ਨਾਲ ਸਾਨੂੰ ਤਨ ਵਾਸਤੇ ਪ੍ਰਸ਼ਾਦਾ ਭੋਜਨ ਅਸੀਂ ਲੈ ਲਾਂਗੇ, ਤਨ ਦੇ ਉੱਤੇ ਪਹਿਨਣ ਵਾਸਤੇ ਅਸੀਂ ਕੱਪੜਾ ਖਰੀਦ ਲਾਂਗੇ, ਰਹਿਣ ਵਾਸਤੇ ਅਸੀਂ ਮਕਾਨ ਘਰ ਬਣਾ ਲਾਂਗੇ। ਹੁਣ ਇਹਦੇ ਵਿੱਚ ਸਾਡੇ ਮਨ ਵਾਸਤੇ ਕੋਈ ਸੁੱਖ ਸਹੂਲਤ ਨਹੀਂ। ਜੇ ਅਸੀਂ ਆਖੀਏ ਵੀ ਮਨ ਵਾਸਤੇ ਅਸੀਂ ਪੈਸਿਆਂ ਦਾ ਕੱਪੜਾ ਲੈ ਲਈਏ, ਨਹੀਂ ਮਿਲਣਾ। ਜੇ ਅਸੀਂ ਆਖੀਏ ਵੀ ਧਨ ਦੌਲਤ ਦੇ ਕੇ ਅਸੀਂ ਮਨ ਦੀ ਖੁਰਾਕ ਹੈ ਜਿਹੜੀ ਨਾਮ ਰਸ ਲੈ ਲਈਏ, ਉਹ ਨਹੀਂ ਸਾਨੂੰ ਮਿਲਣਾ। ਜੇ ਅਸੀਂ ਆਖੀਏ ਵੀ ਅਸੀਂ ਧਨ ਦੌਲਤ ਦੇ ਕੇ ਆਪਦੇ ਘਰ ਦੇ ਵਿੱਚ ਵਾਸਾ ਕਰ ਲਈਏ ਤਾਂ ਸਾਡਾ ਉਹ ਵਾਸਾ ਨਹੀਂ ਹੋ ਸਕਦਾ। ਉਹਦੇ ਵਾਸਤੇ ਸਾਨੂੰ, ਜਿਵੇਂ ਅਸੀਂ ਤਨ ਵਾਸਤੇ ਕਿਰਤ ਕਰਦੇ ਹਾਂ, ਕਮਾਈ ਕਰਦੇ ਹਾਂ, ਸਾਨੂੰ ਮਨ ਵਾਸਤੇ ਕਮਾਈ ਕਰਨੀ ਪੈਣੀ। ਜਦੋਂ ਅਸੀਂ ਮਨ ਵਾਸਤੇ ਕਮਾਈ ਕਰਾਂਗੇ ਫਿਰ ਹੀ ਸਾਨੂੰ ਮਨ ਦਾ ਭੋਜਨ ਮਿਲਣਾ, ਅੰਮ੍ਰਿਤ।
ਫੇਰ ਹੀ ਸਾਨੂੰ ਨਾਮ ਰਸ ਦੀ ਪ੍ਰਾਪਤੀ ਹੋਣੀ, ਫੇਰ ਹੀ ਸਾਨੂੰ ਮਨ ਵਾਸਤੇ ਜਿਹੜਾ ਕੱਪੜਾ, ਉਹ ਕੱਪੜੇ ਦੀ ਪ੍ਰਾਪਤੀ ਹੋਣੀ, ਫੇਰ ਹੀ ਸਾਨੂੰ ਸਾਡੇ ਘਰ-ਬਾਰ ਦੀ ਪ੍ਰਾਪਤੀ ਹੋਣੀ, ਜਿਹੜਾ ਸਾਡੇ ਮਨ ਵਾਸਤੇ ਘਰ ਨਿਜ ਮਹਿਲ। ਜੇ ਅਸੀਂ ਕਮਾਈ ਕਰਾਂਗੇ। ਹੁਣ ਆਪਾਂ ਨੂੰ ਫਿਰ ਇਸ ਲਈ ਸਤਿਗੁਰੂ ਰੋਜ਼ ਸਮਝਾਉਂਦੇ ਵੀ ਜਿਵੇਂ ਤੁਸੀਂ ਤਨ ਵਾਸਤੇ ਕਰਦੇ ਹੋ, ਇਸੇ ਤਰ੍ਹਾਂ ਤੁਸੀਂ ਮਨ ਵਾਸਤੇ ਵੀ ਕਰੋ। ਮਨ ਵਾਸਤੇ ਫਿਰ ਕਿਹੜੀ ਕਮਾਈ? ਜਿਹੜਾ ਇਹ ਆਪਾਂ ਸਿਮਰਨ ਕਰਦੇ ਹਾਂ, ਇਹ ਸਤ ਸੰਗਤ ਕਰਦੇ ਹਾਂ, ਇਹ ਅਸੀਂ ਮਨ ਵਾਸਤੇ ਕਰ ਰਹੇ। ਮਹਾਰਾਜ ਫਰਮਾਉਂਦੇ, ਹਰ ਹਰ ਨਿਤ ਜਪਿਓ ਜੀਓ, ਲਾਹਾ ਖਟਿਓ ਦਿਹਾੜੀ। ਵੀ ਇੱਥੇ ਅਸੀਂ ਆਏ ਹਾਂ ਕਿਰਤ ਕਰਨ ਵਾਸਤੇ। ਦਿਨ ਦੇ ਸਮੇਂ ਆਪਾਂ ਆ ਗਏ, ਜਿਵੇਂ ਜੀਵ ਦਿਹਾੜੀ ਵਾਸਤੇ ਜਾਂਦਾ ਹੈ, ਉਹ 8-10 ਘੰਟੇ ਦਿਹਾੜੀ ਕਰਦਾ, ਕੰਮ ਕਰਦਾ ਅਤੇ ਮੁੜ ਕੇ ਆਪਣੇ ਘਰ ਵਾਪਸ ਆ ਜਾਂਦਾ। ਹੁਣ ਇਸੇ ਤਰ੍ਹਾਂ ਹੀ ਅਸੀਂ ਜਦੋਂ ਸਵੇਰ ਨੂੰ ਇਸ ਲੋਕ ਵਿੱਚ ਆਉਂਦੇ ਹਾਂ, ਇਹਨੂੰ ਪਰਦੇਸ ਕਹਿੰਦੇ, ਸਾਡਾ ਮਨ ਇਸ ਸਰੀਰ ਦੇ ਵਿੱਚ ਆ ਕੇ ਪ੍ਰਵੇਸ਼ ਹੋ ਜਾਂਦਾ। ਹੁਣ ਇੱਥੇ ਅਸੀਂ ਜਿੰਨਾ ਸਮਾਂ ਵੀ ਰਹਿਣਾ, 12-14 ਘੰਟੇ, ਅਤੇ ਇੱਥੋਂ ਅਸੀਂ ਕਮਾਈ ਕਰਕੇ ਵਾਪਸ ਜਾਣਾ ਆਪਦੇ ਘਰ ਨੂੰ, ਆਪਣੇ ਦੇਸ਼। ਜੇ ਤਾਂ ਅਸੀਂ ਇੱਥੇ ਰਹਿ ਕੇ ਕਮਾਈ ਕੀਤੀ, ਫਿਰ ਤਾਂ ਅਸੀਂ ਖੁਸ਼ੀ ਖੁਸ਼ੀ ਆਪਦੇ ਦੇਸ਼, ਆਪਦੇ ਘਰ ਵਾਪਸ ਜਾਵਾਂਗੇ, ਕਮਾਈ ਕਰਕੇ ਚੱਲੇ। ਜੇ ਹੁਣ ਅਸੀਂ ਕਮਾਈ ਕੀਤੀ ਨਹੀਂ, ਜਿਹੜਾ ਧਨ ਸਾਨੂੰ ਸਾਡੇ ਮਾਤਾ ਪਿਤਾ ਨੇ ਦੇ ਕੇ ਭੇਜਿਆ ਘਰੋਂ, ਵੀ ਤੁਸੀਂ ਉੱਥੇ ਜਾ ਕੇ ਕਿਰਤ ਕਰਨੀ, ਕਰਮ ਕਰਨਾ, ਅਤੇ ਇੰਨਾ ਕੁ ਧਨ ਲੈ ਜਾਓ, ਉਹ ਧਨ ਵੀ ਅਸੀਂ ਇੱਥੇ ਆ ਕੇ ਵਿਅਰਥ ਖਰਚ ਕਰ ਲਏ। ਉਹ ਧਨ ਦੇ ਨਾਲ ਹੋਰ ਕਮਾਈ ਤਾਂ ਕੀ ਕਰਨੀ ਸੀ, ਹੋਰ ਵਾਧਾ ਤਾਂ ਕੀ ਕਰਨਾ ਸੀ। ਇੱਥੇ ਆ ਕੇ ਉਹ ਵੀ ਨਜਾਇਜ਼ ਖਰਚ ਕਰ ਦਿੱਤੇ, ਦੁਬਦਾ ਵੈਰ ਵਿਰੋਧ ਦੇ ਵਿੱਚ। ਫਿਰ ਜਦੋਂ ਅਸੀਂ ਇੱਥੋਂ ਵਾਪਸ ਜਾਵਾਂਗੇ ਅਤੇ ਸਾਨੂੰ ਘਰੇ ਗਿਆ ਨੂੰ ਝਟਕਾ ਮਿਲਣਗੀਆਂ, ਬਈ ਗਏ ਤਾਂ ਅਸੀਂ ਕਮਾਈ ਕਰਨ ਵਾਸਤੇ, ਅਤੇ ਜਿਹੜਾ ਧਨ ਲੈ ਕੇ ਗਏ ਸੀ ਉਹ ਵੀ ਵਿਅਰਥ ਖਰਚ ਕਰੇ, ਹੋਰ ਤਾਂ ਕਮਾਈ ਕਰਕੇ ਕੀ ਆਉਣੀ ਸੀ। ਫਿਰ ਸਾਨੂੰ ਸਮਝਾਉਂਦੇ ਵੀ ਹੁਣ ਵੱਤਰ ਸੀ, ਹੁਣ ਵੇਲਾ ਸੀ, ਹੁਣ ਤੁਸੀਂ ਕਮਾਈ ਕਰਨੀ ਸੀ ਅਤੇ ਤੁਸੀਂ ਕਮਾਈ ਤਾਂ ਕੀਤੀ ਨਹੀਂ, ਹੁਣ ਭੁੱਖੇ ਕੀ ਖਾਓਗੇ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਨ ਵੀ ਮਾਤਾ ਪਿਤਾ ਹੁੰਦੇ, ਉਹ ਆਪਦੇ ਬੱਚੇ ਨੂੰ ਸਮਝਾਉਂਦੇ ਵੀ ਕੰਮ ਕਰ, ਕਿਰਤ ਕਰ। ਜੇ ਉਹ ਨਹੀਂ ਕੰਮ ਕਰਦਾ, ਫਿਰ ਉਹਨੂੰ ਕਹਿੰਦੇ ਤੂੰ ਭੁੱਖਾ ਕੀ ਖਾਏਂਗਾ, ਵਿਹਲਾ। ਔਰ ਇਸੇ ਤਰ੍ਹਾਂ ਹੀ ਸਾਡੇ ਮਨ ਨੂੰ ਫਿਰ ਸਤਿਗੁਰੂ ਸਮਝਾਉਂਦੇ ਵੀ ਤੂੰ ਕਮਾਈ ਕਰਨੀ ਸੀ ਅਤੇ ਉਹ ਕਮਾਈ ਕੀਤੀ ਨਹੀਂ, ਅਤੇ ਹੁਣ ਤੂੰ ਦੱਸ ਭੁੱਖਾ ਕੀ ਖਾਏਂਗਾ। ਮਹਾਰਾਜ ਫਰਮਾਉਂਦੇ, ਹੁਣ ਵਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖ ਆ ਗਿਆ ਖਾਈ। ਵੀ ਹੁਣ ਵੱਤਰ ਸੀ, ਵੇਲਾ ਸੀ, ਹੁਣ ਅਸੀਂ ਕਮਾਈ ਕਰਨੀ ਸੀ, ਅਤੇ ਜੇ ਕਮਾਈ ਕੀਤੀ ਹੁੰਦੀ ਅਸੀਂ ਰੱਜ ਰੱਜ ਛਕਣਾ ਸੀ। ਹੁਣ ਉਹ ਕਮਾਈ ਕੀਤੀ ਨਹੀਂ ਅਤੇ ਅਸੀਂ ਭੁੱਖੇ ਨੰਗੇ ਸਾਡਾ ਮਨ। ਫਿਰ ਇਸ ਵਾਸਤੇ 'ਚ ਫਿਰ ਮਨ ਨੂੰ ਸਮਝਾਉਂਦੇ ਵੀ ਹੁਣ ਵੇਲਾ ਹੈ, ਹੁਣ ਮੌਕਾ ਤੇਰੇ ਕੋਲ। ਇਹ ਜਿਹੜਾ ਤੈਨੂੰ ਧਨ ਸਵਾਸਾਂ ਦਾ ਦੇ ਕੇ ਭੇਜਦੇ ਆ, ਇਹਨੂੰ ਮੁੱਲੀ ਨਾ ਸਮਝ। ਇਸ ਲੋਕ ਦੇ ਵਿੱਚ ਇਹ ਦਮਾਂ ਦੀ, ਇਹਨਾਂ ਸਵਾਸਾਂ ਦੀ ਕੋਈ ਕੀਮਤ ਨਹੀਂ ਦਿੱਤੀ ਜਾ ਸਕਦੀ। ਆਪਾਂ ਸਾਰੇ ਸੰਸਾਰ ਦੀ ਧਨ ਦੌਲਤ ਇਕੱਠੀ ਕਰ ਲਈਏ, ਸਾਰੇ ਪਦਾਰਥ ਇਕੱਠੇ ਕਰ ਲਈਏ ਅਤੇ ਆਖੀਏ ਵੀ ਆਹ ਧਨ ਲੈ ਲਓ ਅਤੇ ਇਹਦੇ ਬਦਲੇ ਸਾਨੂੰ ਸਵਾਸ ਦੇ ਦਿਓ। ਸਾਨੂੰ ਇਹ ਸੰਸਾਰੀ ਧਨ ਦੌਲਤ ਬਦਲੇ ਇੱਕ ਸਵਾਸ ਨਹੀਂ ਮਿਲਦਾ। ਇਹ ਬੜਮੁੱਲਾ ਧਨ ਹੈ, ਇਹਨੂੰ ਅਮੁੱਲ ਵਸਤੂ ਕਹਿੰਦੇ ਵੀ ਜਿਹਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ, ਜਿਹਦੀ ਅਸੀਂ ਕੋਈ ਕੀਮਤ ਨਹੀਂ ਦੇ ਸਕਦੇ। ਹੁਣ ਜਿਹਨੂੰ ਨਹੀਂ ਭੇਦ, ਨਹੀਂ ਸੋਝੀ, ਉਹ ਇਹ ਅਮੁੱਲ ਵਸਤੂ ਨੂੰ, ਇਹ ਰਤਨਾਂ ਨੂੰ, ਸਵਾਸਾਂ ਨੂੰ ਰਤਨ ਕਹਿੰਦੇ। ਇਹ ਰਤਨਾਂ ਨੂੰ ਕੌਡੀਆਂ ਦੇ ਭਾਅ ਖਰਚ ਕੀਤੀ ਜਾਂਦਾ। ਮਹਾਰਾਜ ਕਹਿੰਦੇ ਵੀ ਜਦੋਂ ਅਸੀਂ ਸਿਮਰਨ ਭਗਤੀ ਛੱਡ ਕੇ, ਪਰਮਾਤਮਾ ਨੂੰ ਵਿਸਾਰ ਕੇ ਅਸੀਂ ਅਵਰ ਕਾਜ ਕਰਨੇ ਸ਼ੁਰੂ ਕਰ ਦਿੰਦੇ। ਅਵਰ ਕਾਜ ਕੀ?
ਵੀ ਅਸੀਂ ਸੰਸਾਰ ਦੀਆਂ ਦੁਨਿਆਵੀ ਗੱਲਾਂ ਦੇ ਵਿੱਚ ਪੈ ਜਾਂਦੇ। ਉਹਨਾਂ ਨੂੰ ਫਿਰ ਅਵਰ ਕਾਜ ਕਹਿੰਦੇ। ਜਦੋਂ ਅਸੀਂ ਵਿਚਾਰ ਫੁਰਨੇ, ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਦੇ ਵਿੱਚ ਚੱਲਦੇ ਹਾਂ, ਸਹਿੰਸੇ ਫਿਕਰਾਂ 'ਚ ਚੱਲਦੇ ਹਾਂ, ਜਦੋਂ ਅਸੀਂ ਦੁਵਿਧਾ ਵੈਰ ਵਿਰੋਧ 'ਚ ਜਾਂਦੇ ਹਾਂ, ਉਦੋਂ ਕਹਿੰਦੇ ਅਵਰ ਕਾਜ ਕਰਤੀ। ਹੁਣ ਇਹ ਜਦੋਂ ਅਸੀਂ ਅਵਰ ਕਾਜ ਕਰਨੇ ਸ਼ੁਰੂ ਕਰ ਦਿੰਦੇ ਹਾਂ, ਅਸੀਂ ਇਹ ਰਤਨਾਂ ਨੂੰ ਸੁੱਟੀ ਜਾਂਦੇ ਹਾਂ। ਜਿਹੜੀਆਂ ਕੌਡੀਆਂ, ਉਹ ਕੌਡੀਆਂ ਅਸੀਂ ਪੱਲੇ ਨਾਲ ਬੰਨ੍ਹੀ ਜਾਂਦੇ, ਕੌਡੀਆਂ ਇਕੱਠੀਆਂ ਕੀਤੀ ਜਾਂਦੇ, ਜਿਹੜੀਆਂ ਕੌਡੀਆਂ ਸਾਡੇ ਕਿਸੇ ਕੰਮ ਨਹੀਂ ਆਉਣ ਵਾਲੀਆਂ। ਮਾਰੇ ਫਰਮਾਉਂਦੇ ਖਾਸਮ ਵਸਾਰ ਆਨ ਕੰਮ ਲਾਗੇ, ਕੌਡੀ ਬਦਲੇ ਰਤਨ ਤੇ ਅੱਗੇ। ਬਈ ਖਾਸਮ ਪਰਮਾਤਮਾ ਵਾਹਿਗੁਰੂ ਨੂੰ ਵਿਸਾਰ ਕੇ ਆਨ ਕੰਮ ਜਦੋਂ ਅਸੀਂ ਲੱਗ ਜਾਂਦੇ ਹਾਂ, ਉਦੋਂ ਕਹਿੰਦੇ ਵੀ ਇਹ ਰਤਨਾਂ ਨੂੰ ਸੁੱਟੀ ਜਾਂਦੇ ਅਤੇ ਕੌਡੀਆਂ ਇਕੱਠੀਆਂ ਕੀਤੀ ਜਾਂਦੀ। ਰਤਨ ਕੀ ਨੇ? ਸਾਡੇ ਸਵਾਸ। ਹੁਣ ਜਦੋਂ ਅਸੀਂ ਇਹਨਾਂ ਸਵਾਸਾਂ ਦੁਆਰਾ ਕਿਸੇ ਦੀ ਨਿੰਦਿਆ ਸ਼ੁਰੂ ਕਰ ਦਿੰਦੇ, ਸਮਝ ਲਓ ਉਹ ਨਿੰਦਿਆ ਜਿਹੜੀਆਂ ਉਹ ਕੌਡੀਆਂ ਨੇ। ਉਹ ਨਿੰਦਿਆ ਕੌਡੀਆਂ ਸਾਡੇ ਕਿਸੇ ਕੰਮ ਆਉਣ ਵਾਲੀਆਂ ਤਾਂ ਹੈ ਨਹੀਂ। ਇੰਨੇ ਕੀਮਤੀ ਰਤਨ ਅਸੀਂ ਉਹ ਵਿਅਰਥ ਖਰਾਬ ਕਰੀ ਜਾਂਦੇ। ਜਦੋਂ ਅਸੀਂ ਫਿੱਕੇ ਬੋਲ ਬੋਲਦੇ ਹਾਂ, ਮਾੜੇ ਬੋਲ ਬੋਲਦੇ ਹਾਂ, ਉਹ ਅਸੀਂ ਰਤਨ ਸੁੱਟੀ ਜਾਂਦੇ। ਮਹਾਰਾਜ ਇਸ ਲਈ ਫਿਰ ਸਾਨੂੰ ਸਮਝਾਉਂਦੇ ਵੀ ਇਹ ਸਵਾਸਾਂ ਦੀ ਕਦਰ, ਇਹਨਾਂ ਦੀ ਕੀਮਤ ਸਾਨੂੰ ਉਦੋਂ ਪਤਾ ਲੱਗਦੀ ਜਦੋਂ ਅਸੀਂ ਗੁਰੂ ਦੀ ਮੱਤ ਲੈਂਦੇ। ਫਿਰ ਭੇਦ ਖੁੱਲ੍ਹਦਾ ਵੀ ਸਾਡੇ 'ਤੇ ਮਾਲਕ ਨੇ ਕਿੱਡਾ ਵੱਡਾ ਪਰਉਪਕਾਰ ਕੀਤਾ। ਬਈ ਇੰਨਾ ਕੀਮਤੀ ਧਨ ਸਾਨੂੰ ਦਿੱਤਾ ਜਿਹਦੀ ਕੋਈ ਕੀਮਤ ਨਹੀਂ ਅਸੀਂ ਦੇ ਸਕਦੇ, ਅਤੇ ਸਾਨੂੰ ਇਹਦੀ ਕਦਰ ਹੀ ਕੋਈ ਨਹੀਂ। ਮਹਾਰਾਜ ਇਸ ਲਈ ਫਰਮਾਉਂਦੇ ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜਦੋਂ ਦਾ ਇੱਕ ਸਿੱਖ ਗੁਰੂ ਦੀ ਸਿੱਖਿਆ 'ਤੇ ਚੱਲਦਾ, ਫਿਰ ਉਹ ਇਹਨਾਂ ਰਤਨਾਂ ਨੂੰ ਵਿਅਰਥ ਨਹੀਂ ਖਰਾਬ ਕਰਦਾ। ਫਿਰ ਉਹ ਇਹਨਾਂ ਰਤਨਾਂ ਨੂੰ ਸੰਭਾਲਦਾ। ਇਹ ਦਮਾਂ ਨੂੰ ਉਹ ਬਿਲਕੁਲ ਵੀ ਵਿਅਰਥ ਨਹੀਂ ਜਾਣ ਦਿੰਦਾ। ਮਾਰੇ ਫਰਮਾਉਂਦੇ ਦਮ ਦਮ ਸਦਾ ਸੰਭਾਲਦਾ, ਦਮ ਨਾ ਵਿਰਥਾ ਜਾਏ। ਜਿਹੜੇ ਗੁਰਮੁਖ ਹੋ ਇਹਨਾਂ ਨੂੰ ਦਮਾਂ ਨੂੰ ਸੰਭਾਲਦੇ, ਉਹਨਾਂ ਨੂੰ ਪਤਾ ਹੈ ਵੀ ਇਹਨਾਂ ਦਮਾਂ ਦੀ ਕੋਈ ਕੀਮਤ ਨਹੀਂ ਦਿੱਤੀ ਜਾ ਸਕਦੀ। ਉਹ ਫਿਰ ਇਹਨਾਂ ਦਮਾਂ ਨੂੰ ਲੇਖੇ ਵਿੱਚ ਲਾਉਂਦੇ, ਮਾਲਕ ਦੀ ਯਾਦ ਦੇ ਵਿੱਚ ਪਰਮਾਤਮਾ ਦਾ ਸਿਮਰਨ ਕਰਦੇ, ਮਾਲਕ ਦੀ ਸਿਫਤ ਸਲਾਹ ਕਰਦੇ, ਵਡਿਆਈ ਕਰਦੇ, ਉਹਦੇ ਗੁਣ ਗਾਉਂਦੇ। ਉਹ ਸਾਰਾ ਸਮਾਂ, ਸਾਰੀ ਸਵਾਸ ਉਹਨਾਂ ਦੀ ਲੇਖੀ ਵਿੱਚ। ਉਹ ਇਹ ਸਾਰੇ ਸਵਾਸ ਫਿਰ ਸਾਡੇ ਨਿਰਗੁਣ ਦੇ ਖਜ਼ਾਨੇ 'ਚ ਜਮ੍ਹਾਂ ਹੋ ਜਾਂਦੇ। ਜਦੋਂ ਆਪਾਂ ਇਹ ਸਿਮਰਨ ਕਰਦੇ ਹਾਂ, ਸਤ ਸੰਗਤ ਕਰਦੇ ਹਾਂ, ਸਾਨੂੰ ਕੋਈ ਨਹੀਂ ਵਿਚਾਰ ਆਉਂਦਾ, ਨਹੀਂ ਫੁਰਨਾ ਆਉਂਦਾ, ਸਾਡਾ ਇਹ ਜਿਹੜਾ ਧਨ ਸਵਾਸਾਂ ਦਾ ਇਹ ਸਾਹਮਣੇ, ਇਹਨੂੰ ਨਿਰਗੁਣ ਕਹਿੰਦੇ। ਧਰਤੀ ਤੋਂ ਜੋ ਅਸਮਾਨ ਤੱਕ ਆਪਾਂ ਖਾਲੀ ਖਿਲਾ ਦੇਖਦੇ, ਸਾਨੂੰ ਇੱਥੋਂ ਨਿਰਗੁਣ ਦੇ ਵਿੱਚੋਂ ਹੀ ਮਾਲਕ ਸਵਾਸ ਦੇ ਰਹੇ, ਸਾਹਮਣੇ ਆਪਣੇ ਸਾਨੂੰ ਸਵਾਸ ਦੇ ਰਹੇ ਨੇ। ਜਦੋਂ ਹੁਣ ਅਸੀਂ ਇਹਨਾਂ ਸਵਾਸਾਂ ਨੂੰ ਨਹੀਂ ਵਰਤਦੇ, ਨਹੀਂ ਅਸੀਂ ਕੋਈ ਵਿਚਾਰ ਫੁਰਨਾ ਲੈਂਦੇ, ਅਸੀਂ ਸਿਮਰਨ ਕਰਕੇ ਇੱਥੇ ਸਵਾਸ ਜਮ੍ਹਾਂ ਕਰਾ ਦਿੰਦੇ ਹਾਂ। ਜਦੋਂ ਅਸੀਂ ਇਹਨਾਂ ਦਮਾਂ ਨੂੰ ਜਮ੍ਹਾਂ ਕਰਾਵਾਂਗੇ, ਫਿਰ ਹੀ ਸਾਨੂੰ ਜੋ ਹਰੀ ਦਾ ਹੱਟ, ਜਿਹਨੂੰ ਮੋਖ ਦਾ ਹੱਟ ਕਹਿੰਦੇ, 10ਵਾਂ ਦਵਾਰ, ਜ਼ਿਆਦਾ ਕਿ ਅਸੀਂ ਇਹ ਧਨ ਨਿਰਗੁਣ ਦੇ ਖਜ਼ਾਨੇ 'ਚ ਜਮ੍ਹਾਂ ਨਹੀਂ ਕਰਾਉਂਦੇ, ਉਹਨਾਂ ਸਮਾਂ ਸਾਨੂੰ ਉਹ ਮੋਖ ਦੇ ਹੱਟ ਤੋਂ ਮਨ ਵਾਸਤੇ ਸੌਦਾ ਨਹੀਂ ਮਿਲਦਾ। ਜਿਵੇਂ ਆਪਾਂ ਬਾਜ਼ਾਰ ਵਿੱਚ ਜਾਂਦੇ, ਆਪਾਂ ਸੌਦਾ ਖਰੀਦਦੇ ਹਾਂ, ਆਪਾਂ ਪੈਸੇ ਦਿੰਦੇ ਹਾਂ ਅਤੇ ਸੌਦਾ ਲੈ ਲੈਂਦੇ। ਜੇ ਪੈਸੇ ਨਾ ਹੋਣ ਤਾਂ ਸੌਦਾ ਨਹੀਂ ਲੈ ਸਕਦੇ। ਹੁਣ ਇਸੇ ਤਰ੍ਹਾਂ ਹੀ ਇਹਨੂੰ ਹਰੀ ਦਾ ਹੱਟ ਕਹਿੰਦੇ, ਮੋਖ ਦਾ ਹੱਟ, 10ਵਾਂ ਦਵਾਰ, ਨਿਜ ਮਹਿਲ। ਹੁਣ ਜ਼ਿਆਦਾ ਕਿ ਅਸੀਂ ਇਹ ਦਮਾਂ ਨੂੰ ਜਮ੍ਹਾਂ ਨਹੀਂ ਕਰਾਵਾਂਗੇ, ਓਨਾ ਸਮਾਂ ਸਾਨੂੰ ਇੱਥੋਂ ਮਨ ਵਾਸਤੇ ਸੌਦਾ ਨਹੀਂ ਮਿਲੇਗਾ। ਮਾਰੇ ਫਰਮਾਉਂਦੇ ਬਿਨ ਦਮ ਕੇ ਸੌਦਾ ਨਹੀਂ ਹਾਟ,
ਬਿਨ ਬੋਹਿਤ ਸਾਗਰ ਨਹੀਂ ਬਾਟ, ਬਿਨ ਗੁਰ ਸੇਵੇ ਘਾਟੇ ਘਾਟ। ਵੀ ਜਦ ਤੱਕ ਅਸੀਂ ਨਹੀਂ ਸਿਮਰਨ ਕਰਦੇ ਸਾਨੂੰ ਘਾਟਾ ਹੀ ਘਾਟਾ, ਕਿਉਂਕਿ ਅਸੀਂ ਇਹ ਆਪਣਾ ਬੜਮੁੱਲਾ ਕੀਮਤੀ ਧਨ ਵਿਅਰਥ ਹੀ ਖਰਾਬ ਕਰੀ ਜਾਂਦੇ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਇਹਨਾਂ ਦਮਾਂ ਨੂੰ ਸੰਭਾਲੋ, ਇਹਨਾਂ ਦਮਾਂ ਨੂੰ ਨਿਰਗੁਣ ਦੇ ਖਜ਼ਾਨੇ 'ਚ ਜਮ੍ਹਾਂ ਕਰਾਓ। ਜਦੋਂ ਅਸੀਂ ਇਹ ਧਨ ਨੂੰ ਜਮ੍ਹਾਂ ਕਰਾਉਂਦੇ ਹਾਂ ਸਵਾਸਾਂ ਨੂੰ, ਫਿਰ ਮਾਲਕ ਸਾਡੀ ਇਹ ਕਾਇਆ ਦੇ ਅੰਦਰ ਹੀ ਮਹਿਲ ਦੇ ਵਿੱਚ ਬੈਠ ਕੇ ਇਹਨਾਂ ਸਵਾਸਾਂ ਨੂੰ ਤੋਲਦੇ ਨੇ ਵੀ ਕਿਹੜੇ ਗੁਰਮੁਖ ਨੇ ਕਿੰਨਾ ਕਿੰਨਾ ਧਨ ਜਮ੍ਹਾਂ ਕਰਾ ਲਿਆ। ਮਹਾਰਾਜ ਫਰਮਾਉਂਦੇ ਇਸ ਕਾਇਆ ਅੰਦਰ ਤੋਲ ਤਲਾਵੇ ਆਪੇ ਤੋਲਣ ਹਾਰਾ, ਵੀ ਮਾਲਕ ਬੈਠ ਕੇ ਤੋਲਦੇ ਸਵਾਸਾਂ ਨੂੰ। ਜੇ ਤਾਂ ਦੇਖਦੇ ਵੀ ਅਸੀਂ ਇੰਨਾ ਧਨ ਜਮ੍ਹਾਂ ਕਰਾ ਲਿਆ ਵੀ ਨਾਮ ਰਤਨ ਹੈ ਜਿਹੜਾ ਉਹਦੀ ਸਾਨੂੰ ਪ੍ਰਾਪਤੀ ਹੋ ਸਕਦੀ ਅਤੇ ਸਾਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ। ਅਸੀਂ ਉਹ ਹੁਕਮ ਦੀ ਪਹਿਚਾਣ ਕਰ ਲੈਂਦੇ, ਅਸੀਂ ਹੁਕਮ ਦੇ ਵਿੱਚ ਆ ਜਾਂਦੇ। ਜੇ ਦੇਖਦੇ ਵੀ ਹਜੇ ਇੰਨਾ ਧਨ ਨਹੀਂ ਜਮ੍ਹਾਂ ਹੋਏ ਵੀ ਇਹਨਾਂ ਨੂੰ ਨਾਮ ਦੀ ਪ੍ਰਾਪਤੀ ਹੋ ਸਕੇ, ਆਵਾ ਫਿਰ ਵੀ ਸਿਮਰਨ ਕੀਤੀ ਜਾਂਦੇ, ਸਤ ਸੰਗਤ ਕੀਤੀ ਜਾਂਦੀ। ਫਿਰ ਉਹ ਸਾਨੂੰ ਸਾਡੇ ਮਨ ਦੀ ਜਿਹੜੀ ਖੁਰਾਕ ਰਸ, ਜਿਹਨੂੰ ਅੰਮ੍ਰਿਤ ਰਸ ਕਹਿੰਦੇ, ਉਹ ਸਾਨੂੰ ਥੋੜ੍ਹਾ ਥੋੜ੍ਹਾ ਰਸ ਦੇਣਾ ਸ਼ੁਰੂ ਕਰ ਦਿੰਦੇ। ਉਹਦੀ ਫਿਰ ਕੀ ਨਿਸ਼ਾਨੀ, ਜਦੋਂ ਆਪਾਂ ਸਿਮਰਨ ਕਰਾਂਗੇ ਸਾਡਾ ਜਿਹੜਾ ਇਹ ਮੁੱਖ ਹੈ ਮੂੰਹ, ਇਹ ਮਿੱਠਾ ਹੋਣਾ ਸ਼ੁਰੂ ਹੋ ਜਾਏਗਾ। ਤੁਸੀਂ ਦੇਖੋਗੇ ਬਈ ਆਪਾਂ ਕੋਈ ਮਿੱਠੀ ਚੀਜ਼ ਵੀ ਨਹੀਂ ਖਾਧੀ, ਫਿਰ ਵੀ ਆਪਣਾ ਮੁੱਖ ਉੱਦਾਂ ਹੀ ਮਿੱਠਾ ਹੋਈ ਜਾਂਦਾ, ਸਾਨੂੰ ਰਸ ਆਉਣਾ ਸ਼ੁਰੂ ਹੋ ਜਾਂਦਾ। ਫਿਰ ਉਦੋਂ ਕਹਿੰਦੇ ਵੀ ਇਹ ਵੱਡੇ ਭਾਗਾਂ ਵਾਲੇ ਬਣ ਕੇ, ਵੀ ਇਹਨਾਂ ਨੇ ਅਭਿਆਸ ਕੀਤਾ, ਸਿਮਰਨ ਕੀਤਾ ਅਤੇ ਮਾਲਕ ਨੇ ਖੁਸ਼ ਹੋ ਕੇ ਇਹ ਇਹਨਾਂ ਦਾ ਜਿਹੜਾ ਮੁੱਖ ਸੀ ਉਹ ਮੁੱਖ ਮਿੱਠਾ ਕੀਤਾ ਅਤੇ ਇਹਨਾਂ ਦਾ ਕਾਰਜ ਹੁਣ ਆਰੰਭ ਹੋ ਗਿਆ। ਵੀ ਹੁਣ ਇਹਨਾਂ ਦਾ ਕਾਰਜ ਆਰੰਭ ਹੋ ਗਿਆ ਅਤੇ ਹੁਣ ਇਹ ਨਾਮ ਦੀ ਵੀ ਪ੍ਰਾਪਤੀ ਕਰ ਲੈਣਗੇ, ਹੁਣ ਇਹ ਆਪਦੇ ਘਰ ਵੀ ਚਲੇ ਜਾਣ। ਮਾਰੇ ਫਰਮਾਉਂਦੇ ਸਹਿਜ ਆਨੰਦ ਹੋਆ ਬੜ ਭਾਗੀ, ਮਨ ਹਰ ਹਰ ਮੀਠਾ ਲਾਇਆ, ਜਨ ਕਹੇ ਨਾਨਕ ਲਾ ਪਹਿਲੀ ਆਰੰਭ ਕਾਜ ਰਚਾਇਆ। ਜਿਵੇਂ ਆਪਾਂ ਸੰਸਾਰ 'ਚ ਵੀ ਦੇਖਦੇ ਹਾਂ ਵੀ ਕੋਈ ਆਪਾਂ ਕਾਰ ਵਿਹਾਰ ਕਾਰਜ ਕਰਦੇ ਹਾਂ ਅਤੇ ਕਹਿੰਦੇ ਵੀ ਮੁੱਖ ਮਿੱਠਾ ਕਰਾਓ ਜੀ, ਵੀ ਮੂੰਹ ਮਿੱਠਾ ਕਰਾਓ, ਵੀ ਇੰਨਾ ਵਧੀਆ ਆਪਣਾ ਕਾਰਜ ਹੋਏ। ਹੁਣ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਸਾਰਿਆਂ ਦਾ ਇਹ ਕਾਰਜ, ਪਰਮਾਤਮਾ ਮਾਲਕ ਦੇ ਨਾਲ ਮਿਲਾਪ ਕਰਨਾ, ਆਪਣੇ ਘਰ ਜਾਣਾ ਵਾਪਸ। ਜਦੋਂ ਫਿਰ ਆਪਾਂ ਇਸ ਮਾਰਗ ਦੇ ਉੱਤੇ ਚੱਲਦੇ ਹਾਂ, ਸਿਮਰਨ ਕਰਦੇ ਹਾਂ, ਮਾਲਕ ਖੁਸ਼ ਹੋ ਕੇ ਸਾਡਾ ਮੁੱਖ ਮਿੱਠਾ ਕਰਦੇ ਵੀ ਇਹਨਾਂ ਦਾ ਕਾਰਜ ਆਰੰਭ ਹੋ ਗਿਆ। ਇਹ ਘਰ ਨੂੰ ਵਾਪਸ ਮੁੜ ਪਏ ਨੇ। ਹੁਣ ਇਹਨਾਂ ਦਾ ਕਾਰਜ ਜਿਹੜਾ ਇਹ ਆਰੰਭ ਤਾਂ ਹੋ ਗਿਆ ਸ਼ੁਰੂਆਤ, ਅਤੇ ਇਹ ਕਾਰਜ ਪੂਰਾ ਵੀ ਹੋ ਜਾਏਗਾ। ਜਿਨ੍ਹਾਂ ਨੂੰ ਫਿਰ ਇਹ ਰਸ ਆਉਂਦਾ ਹੀ ਨਹੀਂ, ਜਿਹੜੇ ਮਾਰਗ 'ਤੇ ਚੱਲੇ ਹੀ ਨਹੀਂ, ਉਹਨਾਂ ਦਾ ਤਾਂ ਕਾਰਜ ਆਰੰਭ ਮਨਾ ਹੋਇਆ ਹੈ ਜੀ। ਜੇ ਕਾਰਜ ਆਰੰਭ ਹੀ ਨਹੀਂ ਹੋਇਆ ਤਾਂ ਸਿਰੇ ਕਿਵੇਂ ਚੜ੍ਹੇਗਾ। ਜਿਵੇਂ ਆਪਾਂ ਕੋਈ ਵੀ ਕੰਮ ਹੈ, ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਅਤੇ ਫਿਰ ਹੀ ਉਹ ਕੰਮ ਪੂਰਾ ਹੁੰਦਾ। ਔਰ ਇਸੇ ਤਰ੍ਹਾਂ ਹੀ ਇਹ ਸਾਡਾ ਸਾਰਿਆਂ ਦਾ ਕਾਰਜ, ਸਾਡੇ ਮਨ ਦਾ ਪਰਮਾਤਮਾ ਵਾਹਿਗੁਰੂ ਨਾਲ ਮਿਲਾਪ ਕਰਨਾ। ਜੇ ਹੁਣ ਅਸੀਂ ਸਿਮਰਨ ਹੀ ਨਹੀਂ ਕਰਾਂਗੇ, ਸਤ ਸੰਗਤ ਹੀ ਨਹੀਂ ਕਰਾਂਗੇ, ਅਤੇ ਸਾਡਾ ਮੁੱਖ ਮਿੱਠਾ ਨਹੀਂ ਹੋਏਗਾ ਅਤੇ ਸਾਡਾ ਤਾਂ ਕਾਰਜ ਆਰੰਭ ਹੀ ਨਾ ਹੋਇਆ, ਅਤੇ ਫਿਰ ਉਹ ਕਾਰਜ ਪੂਰਾ ਕਦੋਂ ਹੋਏਗਾ ਜੇ ਹਜੇ ਆਰੰਭ ਹੀ ਨਹੀਂ ਹੋਇਆ। ਮਹਾਰਾਜ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਬਈ ਸਾਡਾ ਸਾਰਿਆਂ ਦਾ ਇੱਕੋ ਹੀ ਕਾਰਜ ਹੈ, ਇੱਕੋ ਹੀ ਮਨੋਰਥ ਹੈ ਜੀਵਨ ਦਾ, ਹੋਰ ਕੋਈ ਦੂਜਾ ਨਹੀਂ। ਪਰਮਾਤਮਾ ਮਾਲਕ ਦੇ ਨਾਲ ਮਿਲਾਪ ਕਰਨਾ। ਜਦੋਂ ਮਿਲਾਪ ਹੋ ਗਿਆ ਸਾਡਾ ਮਨੋਰਥ ਪੂਰਾ ਹੋ ਗਿਆ। ਤਾਂਹੀਓ ਆਪਾਂ ਨੂੰ ਰੋਜ਼ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ, ਆਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪਾਇਆ ਉਤਰੇ ਸਗਲ ਵਸੂਰੇ। ਉਹਨਾਂ ਨੇ ਸਾਨੂੰ ਸਮਝਾਇਆ ਵੀ ਸਾਡੇ ਜੀਵਨ ਦਾ ਜਿਹੜਾ ਮਕਸਦ ਮਨੋਰਥ ਸੀ ਉਹ ਪੂਰਾ ਹੋ ਗਿਆ ਜਦੋਂ ਮਾਲਕ ਨਾਲ ਮਿਲਾਪ ਕਰ ਲਿਆ।
ਹੁਣ ਆਪਾਂ ਨੂੰ ਕਹਿੰਦੇ ਵੀ ਆਪਣਾ ਵੀ ਇਹੀਓ ਸਾਰਿਆਂ ਦਾ ਮਕਸਦ, ਸਭ ਦਾ ਮਨੋਰਥ ਇਹੀ ਹੈ। ਅਤੇ ਆਪਾਂ ਨੂੰ ਹੁਣ ਮੌਕਾ ਮਿਲਿਆ, ਵਾਰੀ ਮਿਲੀ, ਤਾਈਓ ਆਪਾਂ ਨੂੰ ਸਤਿਗੁਰੂ ਰੋਜ਼ ਸਮਝਾਉਂਦੇ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਆ। ਵੀ ਹੋਣੀ ਵਾਰੀ, ਹੋਣੀ ਮੌਕਾ, ਹੁਣ ਅਸੀਂ ਘਰ ਜਾ ਸਕਦੇ, ਮਾਲਕ ਨੂੰ ਮਿਲ ਸਕਦੇ, ਹੋਰ ਕੋਈ ਵਾਰੀ ਨਹੀਂ, ਹੋਰ ਕੋਈ ਮੌਕਾ ਨਹੀਂ। ਜਿਵੇਂ ਕਈ ਜੀਵ ਕਹਿ ਦਿੰਦੇ ਵੀ ਇਹਦਾ ਕਈ ਜਨਮ ਲੱਗ ਜਾਂਦੇ ਜੀ ਮਿਲਣ ਵਾਸਤੇ, ਤੁਸੀਂ ਹੁਣ ਨਹੀਂ ਮਿਲ ਸਕਦੇ। ਮਹਾਰਾਜ ਸਾਨੂੰ ਕਹਿੰਦੇ ਵੀ ਹੋਣੀ ਮੌਕਾ, ਹੋਣੀ ਵਾਰੀ ਹੈ। ਵੀ ਹੋਰ ਕਿੰਨੇ ਕੁ ਜਨਮ ਅਸੀਂ ਧਾਰਨ ਕਰਨੇ, ਸਤਿਯੁਗ ਤੋਂ ਚੱਲੇ ਗਾਂਧੀ ਗਾਂ ਜਨਮ ਦੇ ਜਨਮ ਅਸੀਂ ਤੁਰੇ ਤਾਂ ਆ ਰਹੇ ਹਾਂ ਅੱਗੇ ਦੀ ਅੱਗੇ। ਹੋੜਾ ਚੌਥਾ ਯੁੱਗ ਆਪਾਂ ਨੂੰ ਜੰਮਦੇ ਮਰਦੇ ਤਾਂ ਅਸੀਂ ਆ ਹੀ ਰਹੇ ਹਾਂ ਕਾਰਾਂ ਦੇ ਵਿੱਚ। ਇਹ ਸਤਿਗੁਰੂ ਕਹਿੰਦੇ ਵੀ ਹੋਣੀ ਮੌਕਾ, ਹੋਣੀ ਵਾਰੀ ਹੈ। ਵੀ ਇਹ ਮੌਕਾ, ਇਹ ਵਾਰੀ ਤੁਸੀਂ ਨਿਕਾਲ ਨਾ ਲਿਓ। ਬੇਨਤੀਆਂ ਤਾਂ ਆਪਾਂ ਨੂੰ ਕਰਨੀਆਂ ਚਾਹੀਦੀਆਂ ਗੁਰੂ ਸਾਹਿਬਾਨਾਂ ਨੂੰ, ਮਾਲਕ ਨੂੰ, ਅਕਾਲ ਪੁਰਖ ਨੂੰ, ਸਤਿਗੁਰੂ ਨੂੰ। ਉਲਟਾ ਉਹ ਸਾਨੂੰ ਬੇਨਤੀਆਂ ਕਰਦੇ ਵੀ ਹੁਣ ਤੁਹਾਡੇ ਕੋਲ ਮੌਕਾ, ਵਾਰੀ, ਹੁਣ ਤੁਸੀਂ ਕਿਉਂ ਨਹੀਂ ਮਿਲਦੇ। ਹੁਣ ਜੇ ਤੁਸੀਂ ਭੁੱਲ ਗਏ ਹੋ ਤਾਂ ਹੁਣ ਤੁਸੀਂ ਕਿਉਂ ਨਹੀਂ ਗੁਰੂ ਤੋਂ ਪੁੱਛਦੇ। ਅਤੇ ਸਾਨੂੰ ਰੋਜ਼ ਮਹਾਰਾਜ ਫਰਮਾਉਂਦੇ, ਕਰੂੰ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ, ਅੱਗੇ ਵਸਣ ਸਹੇਲਾ। ਵੀ ਹੋਣੀ ਸਾਡੇ ਕੋਲ ਵੇਲਾ, ਹੋਣੀ ਮੌਕਾ, ਹੁਣ ਅਸੀਂ ਟਹਿਲ ਕਮਾ ਸਕਦੇ ਸੰਤਾਂ ਦੀ, ਸਾਧੂਆਂ ਦੀ। ਹੁਣ ਅਸੀਂ ਉਹ ਗੁਰਸਿੱਖਾਂ ਦੀ ਟਹਿਲ ਕਮਾ ਸਕਦੇ ਜਿਹੜੇ ਇਸ ਮਾਰਗ 'ਤੇ ਚੱਲੇ, ਜਿਨ੍ਹਾਂ ਨੇ ਮਿਲਾਪ ਕਰ ਲਿਆ, ਅਸੀਂ ਉਹਨਾਂ ਤੋਂ ਪੁੱਛ ਸਕਦੇ। ਜੇ ਅਸੀਂ ਰਸਤਾ ਭੁੱਲ ਗਏ ਹਾਂ ਅਤੇ ਹੁਣ ਸਾਡੇ ਕੋਲ ਮੌਕਾ, ਅਸੀਂ ਪੁੱਛ ਸਕਦੇ। ਹੋਰ ਕਿਸੇ ਆਕਾਰ ਦੇ ਵਿੱਚ ਇਹ ਮੌਕਾ, ਇਹ ਵਾਰੀ ਨਹੀਂ ਹੈ ਵੀ ਉਹ ਕਿਸੇ ਤੋਂ ਪੁੱਛ ਲੈਣ ਜਾਂ ਉਹ ਭਗਤੀ ਕਰ ਲੈਣ। ਸਿਰਫ ਇਹ ਮਾਨਸ ਜਾਮਾ ਹੀ ਹੈ ਜਿਹਦੇ ਵਿੱਚ ਆਪਾਂ ਹੁਣ ਸਤ ਸੰਗਤ ਕਰ ਸਕਦੇ ਹਾਂ, ਸਿਮਰਨ ਕਰ ਸਕਦੇ ਹਾਂ, ਗੁਰੂ ਵਾਲੇ ਬਣ ਸਕਦੇ ਹਾਂ। ਹੁਣ ਹੀ ਆਪਾਂ ਮਿਲ ਸਕਦੇ, ਹੋਰ ਕੋਈ ਮੌਕਾ, ਕੋਈ ਵਾਰੀ ਨਹੀਂ ਹੈ ਕਿਸੇ ਆਕਾਰ ਦੇ ਵਿੱਚ। ਤਾਈਓ ਮਹਾਰਾਜ ਸਾਨੂੰ ਫਰਮਾਉਂਦੇ, ਸਭ ਮੋਹ ਮਾਇਆ ਸਰੀਰ ਹਰ ਕੀਆ, ਵਿੱਚ ਦੇਹੀ ਮਾਨੁਖ ਭਗਤ ਕਰਾਈ। ਵੀ ਇੱਕ ਮਾਨਸ ਦੇਹੀ ਹੀ ਹੈ ਜਿਹਦੇ ਵਿੱਚ ਅਸੀਂ ਭਗਤੀ ਕਰ ਸਕਦੇ, ਹੋਰ ਕੋਈ ਜੀਵ ਭਗਤੀ ਨਹੀਂ ਕਰ ਸਕਦਾ। ਚਾਹੇ ਦੇਵੀ ਦੇਵਤੇ, ਉਹ ਵੀ ਭਗਤੀ ਨਹੀਂ ਕਰ ਸਕਦੇ। ਦੇਵ ਲੋਕ ਜਿਹਨੂੰ ਸਵਰਗ ਕਹਿੰਦੇ, ਦੇਵੀ ਦੇਵਤੇ 33 ਕਰੋੜ ਆਪਾਂ ਨੂੰ ਦੇਖਦੇ ਤਾਂ ਹੈਗੇ ਜਦੋਂ ਆਪਾਂ ਇਹ ਸਿਮਰਨ ਭਗਤੀ ਕਰਦੇ ਹਾਂ, ਪਰ ਉਹ ਆਪ ਭਗਤੀ ਨਹੀਂ ਕਰ ਸਕਦੇ। ਪਹਿਲਾਂ ਉਹਨਾਂ ਨੇ ਮਾਨਸ ਜਾਮੇ ਵਿੱਚ ਕੁਝ ਭਗਤੀ ਕੀਤੀ, ਅਨਹਦ ਬਾਣੀ ਤੱਕ ਪਹੁੰਚੇ, ਪਰ ਮਾਲਕ ਨਾਲ ਮਿਲਾਪ ਨਹੀਂ ਹੋਇਆ, ਵਿੱਚ ਹੀ ਸਮਾਂ ਖਤਮ ਹੋ ਗਿਆ ਅਤੇ ਉਹਨਾਂ ਨੂੰ ਦੇਵਲੋਕ ਦਿੱਤਾ ਜਾਂਦਾ ਕੁਝ ਸਮੇਂ ਵਾਸਤੇ ਵੀ ਤੁਸੀਂ ਇੱਥੇ ਬੈਠੋ, ਇਹ ਖੇਲ ਨੂੰ ਦੇਖੋ ਵੀ ਕਿਵੇਂ ਖੇਲ ਚੱਲਦਾ, ਅਤੇ ਜਦੋਂ ਫਿਰ ਮੌਕਾ ਬਣਿਆ, ਵਾਰੀ ਆਈ, ਅਤੇ ਫਿਰ ਤੁਹਾਨੂੰ ਭੇਜਾਂਗੇ। ਹੌਲੀ ਜਿਹੜਾ ਮਾਨਸ ਜਾਮਾ, ਉਹਨੂੰ ਦੇਵੀ ਦੇਵਤੇ ਵੀ ਸਿਮਰਤੇ। ਜਦੋਂ ਗੁਰਮੁਖ ਭਗਤੀ ਕਰਦੇ, ਉਹ ਨਾਮ ਦੇ ਵਿੱਚ ਸਮਾਉਂਦੇ, ਨਾਦ ਦੇ, ਉਹਨਾਂ ਦਾ ਜਨਮ ਮਰਨ ਖੰਡਨ ਹੋ ਜਾਂਦਾ, ਉਹਨਾਂ ਦੀ ਸੋਭਾ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਹੋ ਜਾਂਦੀ। ਮਾਰੇ ਫਰਮਾਉਂਦੇ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੀ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁਤ ਸੋਭ ਖੰਡ ਬ੍ਰਹਿਮੰਡਾ ਹੈ। ਉਹਨਾਂ ਦੀ ਸੋਭਾ, ਉਹਨਾਂ ਦੀ ਵਡਿਆਈ ਹੋਰਾਂ ਖੰਡਾਂ ਬ੍ਰਹਿਮੰਡਾਂ 'ਚ ਵੀ ਹੁੰਦੀ। ਉਹ ਗੁਰਮੁਖਾਂ ਵੱਲ ਜਦੋਂ ਫਿਰ ਉਹ ਦੇਵੀ ਦੇਵਤੇ ਦੇਖਦੇ, ਫਿਰ ਉਹਨਾਂ ਦੇ ਮਨ ਦੇ ਵਿੱਚ ਚਾਅ ਪੈਦਾ ਹੁੰਦਾ, ਉਤਸ਼ਾਹ ਪੈਦਾ ਹੁੰਦਾ। ਫਿਰ ਉਹ ਵੀ ਅਕਾਲ ਪੁਰਖ ਪਰਮਾਤਮਾ ਨੂੰ ਬੇਨਤੀਆਂ ਕਰਦੇ ਵੀ ਸਾਨੂੰ ਵੀ ਮਾਨਸ ਜਾਮਾ ਦਿਓ, ਤਾਂ ਕਿ ਅਸੀਂ ਵੀ ਮਾਨਸ ਜਾਮੇ ਵਿੱਚ ਜਾ ਕੇ ਭਗਤੀ ਕਰੀਏ ਅਤੇ ਸਦਾ ਵਾਸਤੇ ਤੁਹਾਡੇ ਵਿੱਚ ਸਮਾ ਜਾਈਏ, ਅਤੇ ਸਾਡਾ ਜਨਮ ਮਰਨ ਜਿਹੜਾ ਉਹ ਸਦਾ ਵਾਸਤੇ ਖੰਡਨ ਹੋ ਜੀ। ਮਹਾਰਾਜ ਜੀ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਜਿਹੜੀ ਸਾਨੂੰ ਹੁਣ ਮਾਨਸ ਦੇਹੀ ਮਿਲੀ ਹੈ,
ਇਹ ਭਗਤੀ ਕਰਨ ਵਾਸਤੇ ਮਿਲੀ। ਇਹਦੇ ਵਿੱਚ ਹੁਣ ਅਸੀਂ ਸ਼ਬਦ ਗੁਰੂ ਦੀ ਕਮਾਈ ਕਰ ਸਕਦੇ। ਇਹਨੂੰ ਜਿਹੜੇ ਦੇਵੀ ਦੇਵਤੇ ਉਹ ਵੀ ਸਿਮਰਦੇ। ਮਹਾਰਾਜ ਫਰਮਾਉਂਦੇ, ਗੁਰ ਸੇਵਾ ਤੇ ਭਗਤ ਕਮਾਈ, ਤਾਬੇ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਬਈ ਮਾਨਸ ਜਾਮੇ ਦਾ ਸਾਨੂੰ ਇਹੀ ਲਾਹਾ, ਇਹਦੇ ਵਿੱਚ ਅਸੀਂ ਸੇਵਾ ਕਰ ਸਕਦੇ ਹਾਂ ਵਾਹਿਗੁਰੂ ਦੀ। ਇਹਦੇ ਵਿੱਚ ਅਸੀਂ ਭਗਤੀ ਕਰ ਸਕਦੇ ਹਾਂ। ਹੋਰ ਕਿਸੇ ਆਕਾਰ ਦੇ ਵਿੱਚ ਇਹ ਮੌਕਾ, ਇਹ ਵਾਰੀ ਨਹੀਂ ਹੈ। ਹੁਣ ਤਾਈਓ ਸਾਨੂੰ ਸਮਝਾਉਂਦੇ ਵੀ ਤੁਸੀਂ ਇਹ ਮਾਨਸ ਜਾਮੇ ਨੂੰ ਮਾਮੂਲੀ ਨਾ ਸਮਝੋ। ਇਹਦੇ ਵਿੱਚ ਸਾਡਾ ਹੁਣ ਪਤਾ ਲੱਗਣਾ ਅਸਲ ਜਿੱਤ ਤੇ ਹਾਰ ਦਾ। ਵੀ ਅਸੀਂ ਇਹ ਖੇਲ ਨੂੰ ਜਿੱਤ ਕੇ ਸਦਾ ਵਾਸਤੇ ਮਾਲਕ 'ਚ ਲੀਨ ਹੁੰਦੇ ਹਾਂ, ਸਦਾ ਵਾਸਤੇ ਅਮਰ ਹੋ ਜਾਂਦੇ ਹਾਂ, ਕਿ ਜਾਂ ਅਸੀਂ ਵਾਪਸ ਫਿਰ ਜੂਨਾਂ ਦੇ ਵਿੱਚ ਮੁੜ ਜਾਂਦੇ ਹਾਂ, ਕਾਰਾਂ ਦੇ ਵਿੱਚ। ਹੁਣ ਇਹ ਸਾਨੂੰ ਖੇਲ ਦਾ ਭੇਤ ਆਉਂਦਾ ਜਦੋਂ ਸਾਨੂੰ ਸਤ ਸੰਗਤ ਮਿਲਦੀ। ਸਤਿਗੁਰੂ ਫਿਰ ਸਾਡੇ ਅੰਦਰ ਇਹ ਗਿਆਨ ਦਾ ਦੀਪਕ ਜਲਾਉਂਦੇ, ਜਿਹਦੇ ਨਾਲ ਸਾਨੂੰ ਜਿੱਤ ਤੇ ਹਾਰ ਦੀ ਸੋਝੀ ਹੁੰਦੀ। ਸਾਨੂੰ ਭੇਤ ਆਉਂਦਾ ਬਈ ਕਿਵੇਂ ਅਸੀਂ ਇਹ ਖੇਲ ਨੂੰ ਹਾਰਦੇ ਹਾਂ, ਅਤੇ ਹੁਣ ਕਿਵੇਂ ਅਸੀਂ ਗੁਰੂ ਦੀ ਮੱਤ ਲੈ ਕੇ ਜਿੱਤ ਸਕਦੇ। ਮਹਾਰਾਜ ਇਸ ਲਈ ਫਰਮਾਉਂਦੇ, ਕਰ ਕਿਰਪਾ ਜੋ ਸਤਿਗੁਰ ਮਿਲਿਓ, ਮਨ ਮੰਦਰ ਮੇਂ ਦੀਪਕ ਜਲਿਓ। ਜੀਤ ਹਾਰ ਕੀ ਸੋਝੀ ਕਰੀ, ਤੋ ਇਸ ਘਰ ਕੀ ਕੀਮਤ ਭਰੀ। ਵੀ ਜਦੋਂ ਸਾਡੇ ਅੰਦਰ ਇਹ ਗਿਆਨ ਦਾ ਦੀਪਕ ਜਲਦਾ, ਸਤਿਗੁਰੂ ਜਲਾਉਂਦੇ, ਫਿਰ ਸਾਨੂੰ ਜਿੱਤ ਤੇ ਹਾਰ ਦੀ ਸੋਝੀ ਹੁੰਦੀ, ਅਤੇ ਫਿਰ ਸਾਨੂੰ ਇਹ ਘਰ ਦੀ ਕੀਮਤ ਦਾ ਪਤਾ ਲੱਗਦਾ। ਫਿਰ ਸਾਨੂੰ ਸੋਝੀ ਆਉਂਦੀ ਵੀ ਇਹ ਮਾਨਸ ਜਾਮਾ ਕਿੰਨਾ ਵਡਮੁੱਲਾ ਹੈ, ਕਿੰਨਾ ਕੀਮਤੀ ਹੈ। ਵੀ ਜੋ ਸਾਡੀ ਮਾਲਕ ਨੇ ਕਿੰਨੀ ਵੱਡੀ ਸਾਡੇ 'ਤੇ ਕਿਰਪਾ ਕੀਤੀ, ਵੀ ਜੋ ਸਾਨੂੰ ਇਹ 84 ਲੱਖ ਜੂਨ ਤੋਂ ਉੱਤਮ ਹੁਣ ਮਾਨਸ ਜਾਮਾ ਦਿੱਤਾ। ਸਾਨੂੰ ਇਹਦੇ ਵਿੱਚ ਸਭ ਤੋਂ ਵੱਧ ਗਿਆਨ ਦਿੱਤਾ ਅਤੇ ਸੋਝੀ ਦਿੱਤੀ, ਵੀ ਤਾਂ ਕਿ ਅਸੀਂ ਹੁਣ ਸਦਾ ਵਾਸਤੇ ਆਪਦਾ ਜਨਮ ਮਰਨ ਦਾ ਗੇੜ ਜਿਹੜਾ ਇਹਨੂੰ ਮਿਟਾ ਸਕੀ। ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਇਹਨੂੰ ਮਾਮੂਲੀ ਨਾ ਸਮਝੋ। ਵੀ ਪਹਿਲਾਂ ਤਾਂ ਅਸੀਂ ਹੋਰਾਂ ਜਨਮਾਂ ਦੇ ਵਿੱਚ ਇਹ ਖੇਲ ਨੂੰ ਹਾਰਦੇ ਹੀ ਆ ਰਹੇ ਹਾਂ, ਕਿਉਂਕਿ ਸਾਨੂੰ ਸੋਝੀ ਨਹੀਂ, ਸਾਨੂੰ ਗਿਆਨ ਨਹੀਂ ਹੁੰਦਾ। ਮਹਾਰਾਜ ਫਰਮਾਉਂਦੇ, ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇ ਲਈ। ਵੀ ਪਹਿਲਾਂ ਤਾਂ ਅਸੀਂ ਇੰਨੇ ਯੁੱਗ ਇਹ ਖੇਲ ਨੂੰ ਹਾਰਦੇ ਹੀ ਰਹੇ, ਜਿਵੇਂ ਹੁਣ ਆਹ ਚੌਥਾ ਯੁੱਗ ਆਪਾਂ ਨੂੰ। ਹੁਣ ਮਾਨਸ ਜਾਮਾ ਮਿਲਿਆ, ਵਾਰੀ ਮਿਲੀ, ਅਤੇ ਹੁਣ ਸਾਨੂੰ ਕਹਿੰਦੇ ਕਿਉਂ ਨਹੀਂ ਸਿਮਰਨ ਕਰਦੇ। ਕਹੋ ਨਾਨਕ ਮਿਲਣ ਕੀ ਬਰੀਆ, ਸਿਮਰਤ ਕਹਾ ਨਹੀਂ। ਬਈ ਪਹਿਲਾਂ ਤਾਂ ਅਸੀਂ ਹਾਰਦੇ ਰਹੇ ਖੇਲ ਨੂੰ, ਹੁਣ ਵਾਰੀ ਮਿਲੀ ਮੌਕਾ ਜਿੱਤਣ ਵਾਸਤੇ, ਅਤੇ ਜਿੱਤ ਸਕਦੇ ਸਿਮਰਨ ਕਰਕੇ। ਬਈ ਜਿਹੜਾ ਕਾਰਜ ਕਰਕੇ ਅਸੀਂ ਇਹ ਖੇਲ ਨੂੰ ਜਿੱਤ ਸਕਦੇ, ਫਿਰ ਤੁਸੀਂ ਉਹ ਕਾਰਜ ਕਿਉਂ ਨਹੀਂ ਕਰਦੇ, ਕਿਉਂ ਨਹੀਂ ਸਿਮਰਨ ਕਰਦੇ। ਤਾਈਓ ਮਹਾਰਾਜ ਸਾਨੂੰ ਫਿਰ ਸਮਝਾਉਂਦੇ ਵੀ ਸਾਡਾ ਹੁਣ ਕਹਿਣਾ ਮੰਨ ਲਓ। ਬਈ ਸਮਾਂ ਜਿਹੜਾ ਸਾਡਾ ਉਹ ਬੀਤਦਾ ਜਾ ਰਿਹਾ, ਦਿਨ ਪਹਿਰ ਘੜੀਆਂ ਸਮਾਂ ਲੰਘਦਾ ਜਾ ਰਿਹਾ, ਅਤੇ ਆਪਾਂ ਦੇਖਦੇ ਸੰਸਾਰ 'ਚ ਆਪਣੇ ਸਾਹਮਣੇ ਕਿੰਨੇ ਜੀਵ ਜਾ ਰਹੇ ਨੇ। ਆਪਾਂ ਨੂੰ ਕਹਿੰਦੇ ਵੀ ਸਮਾਂ ਇੱਕ ਦਿਨ ਖਤਮ ਹੋ ਜਾਣਾ। ਵੀ ਹੁਣ ਸਾਡਾ ਕਹਿਣਾ ਮੰਨ ਲਓ, ਹੁਣ ਤੁਸੀਂ ਇਸ ਸਵਾਸਾਂ ਨੂੰ ਵਿਅਰਥ ਨਾ ਖਰਾਬ ਕਰੋ। ਇਹਨਾਂ ਸਵਾਸਾਂ ਦੁਆਰਾ ਪਰਮਾਤਮਾ ਦੇ ਗੁਣ ਗਾਓ, ਉਹਦੀ ਭਗਤੀ ਕਰੋ। ਮਹਾਰਾਜ ਫਰਮਾਉਂਦੇ, ਹਰ ਜਸ ਰੇ ਮਨਾ ਗਾਈ ਲੈ, ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ, ਕਹਾ ਮਾਨ ਲੈ ਮੇਰੋ। ਗੁਰੂ ਤੇਗ ਬਹਾਦਰ ਜੀ ਮਹਾਰਾਜ ਸਮਝਾਉਂਦੇ ਵੀ ਸਾਡਾ ਕਹਿਣਾ ਮੰਨ ਲਓ, ਵੀ ਅਵਸਰ ਸਮਾਂ ਤੁਹਾਡਾ ਬੀਤਦਾ ਜਾ ਰਿਹਾ। ਵੀ ਹੁਣ ਤੁਸੀਂ ਇਹਨਾਂ ਸਵਾਸਾਂ ਦੁਆਰਾ ਵੱਧ ਤੋਂ ਵੱਧ ਸਿਮਰਨ ਕਰੋ, ਮਾਲਕ ਦੇ ਗੁਣ ਗਾਓ। ਆਓ ਹੁਣ ਜੋ ਸਾਨੂੰ ਗੁਰੂ ਕਹਿ ਰਹੇ, ਅਸੀਂ ਉਹਨਾਂ ਦਾ ਵਚਨ ਮੰਨੀਏ, ਕਿਉਂਕਿ ਇਹ ਜੋ ਸਭ ਤੋਂ ਵੱਡੀ ਸੇਵਾ ਹੈ।
ਆਪਾਂ ਕਹਿੰਦੇ ਨਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਾਂ, ਵੀ ਅਸੀਂ ਗੁਰੂ ਦੀ ਸੇਵਾ ਕਰੀਏ। ਗੁਰੂ ਦੀ ਸੇਵਾ ਕੀ ਹੈ? ਗੁਰੂ ਦੀ ਸੇਵਾ ਹੁੰਦੀ ਗੁਰੂ ਦਾ ਬਚਨ ਮੰਨਣਾ। ਜੇ ਤਾਂ ਅਸੀਂ ਗੁਰੂ ਦਾ ਬਚਨ ਮੰਨਦੇ ਹਾਂ, ਅਸੀਂ ਗੁਰੂ ਦੀ ਸੇਵਾ ਕਰ ਰਹੇ ਹਾਂ। ਜੇ ਅਸੀਂ ਗੁਰੂ ਦਾ ਬਚਨ ਹੀ ਨਹੀਂ ਮੰਨਦੇ, ਫਿਰ ਅਸੀਂ ਗੁਰੂ ਦੀ ਸੇਵਾ ਨਹੀਂ ਕਰ ਰਹੇ। ਤਾਂਹੀਓ ਸਾਡਾ ਜੀਵਨ ਨਹੀਂ ਬਦਲਦਾ, ਤਾਂਹੀਓ ਸਾਡੇ ਮਨ ਦੇ ਅੰਦਰੋਂ ਦੁਬਦਾ ਵੈਰ ਵਿਰੋਧ ਜਾਂਦਾ ਨਹੀਂ। ਕਿਉਂਕਿ ਜਦੋਂ ਅਸੀਂ ਗੁਰੂ ਦਾ ਬਚਨ ਨਹੀਂ ਮੰਨਾਂਗੇ, ਅਸੀਂ ਆਪਦੀ ਮੱਤ ਵਰਤਾਂਗੇ ਅਤੇ ਆਪਦੀ ਮੱਤ ਦੁਆਰਾ ਅਸੀਂ ਦੁਖੀ ਹੀ ਹੋਵਾਂਗੇ। ਮਹਾਰਾਜ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੋ ਸਾਨੂੰ ਸਤਿਗੁਰੂ ਕਹਿ ਰਹੇ ਵੀ ਇਹਨਾਂ ਦਾ ਕਹਿਣਾ ਮੰਨੋ, ਇਹਨਾਂ ਦੇ ਦੱਸੇ ਹੋਏ ਰਸਤੇ 'ਤੇ ਚੱਲੋ, ਇਹਨਾਂ ਦੇ ਆਖੇ ਲੱਗੋ। ਮਹਾਰਾਜ ਫਰਮਾਉਂਦੇ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਵੀ ਜੋ ਸਾਨੂੰ ਗੁਰੂ ਕਹਿ ਰਹੇ ਇਹਦੇ ਵਿੱਚ ਹੀ ਤੁਸੀਂ ਆਪਦਾ ਭਲਾ ਮੰਨੋ। ਹੁਣ ਗੁਰੂ ਸਾਨੂੰ ਕਹਿ ਰਹੇ ਵੀ ਸਿਮਰਨ ਕਰੋ, ਹੁਣ ਜੇ ਉਹ ਸਾਨੂੰ ਸਿਮਰਨ ਕਰਨ ਨੂੰ ਕਹਿ ਰਹੇ ਇਹਦੇ ਵਿੱਚ ਸਾਡਾ ਹੀ ਭਲਾ ਹੋਣਾ। ਜੇ ਉਹ ਸਾਨੂੰ ਰਹਿਤਾਂ ਰੱਖਣ ਨੂੰ ਕਹਿ ਰਹੇ, ਉਹ ਰਹਿਤਾਂ ਦੇ ਵਿੱਚ ਸਾਡਾ ਹੀ ਭਲਾ ਹੋਣਾ। ਜੇ ਉਹ ਸਾਨੂੰ ਕਹਿੰਦੇ ਵੀ ਕਿਸੇ ਦੀ ਨਿੰਦਿਆ ਨਾ ਕਰੋ, ਨਾ ਸੁਣੋ, ਉਹਦੇ ਵਿੱਚ ਸਾਡਾ ਭਲਾ। ਜੇ ਉਹ ਸਾਨੂੰ ਕਹਿ ਰਹੇ ਵੀ ਕਿਸੇ ਨਾਲ ਵੈਰ ਵਿਰੋਧ ਨਾ ਕਰੋ, ਫਿੱਕੇ ਬੋਲ ਨਾ ਬੋਲੋ, ਉਹ ਗੁਰੂ ਨੇ ਸਾਡਾ ਹੀ ਭਲਾ ਕਰਨਾ, ਉਹਦੇ ਵਿੱਚ ਸਾਡੀ ਹੀ ਭਲਾਈ। ਤਾਂਹੀਓ ਆਪਾਂ ਨੂੰ ਕਹਿੰਦੇ ਵੀ ਜੇ ਅਸੀਂ ਗੁਰੂ ਦਾ ਬਚਨ ਮੰਨਾਂਗੇ, ਇਹਨਾਂ ਦਾ ਕਹਿਣਾ ਮੰਨਾਂਗੇ, ਅਤੇ ਸਾਡਾ ਜੀਵਨ ਬਦਲ ਜਾਏਗਾ। ਫਿਰ ਆਪਣਾ ਜੀਵਨ ਬੜਾ ਸੌਖਾ ਅਤੇ ਬੜਾ ਆਨੰਦਮਈ ਹੋ ਜਾਏਗਾ। ਸੋ ਆਓ ਹੁਣ ਜੋ ਸਾਨੂੰ ਗੁਰਬਾਣੀ ਗੁਰੂ ਕਹਿ ਰਹੇ ਇਹਨਾਂ ਦਾ ਬਚਨ ਮੰਨੀਏ, ਜੋ ਸਾਨੂੰ ਸਿਮਰਨ ਕਰਨ ਨੂੰ ਕਹਿ ਰਹੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਆਪਾਂ ਗੁਰੂ ਦੀ ਦੱਸੀ ਹੋਈ ਇਹ ਕਾਰ ਕਮਾਉਂਦੇ ਹਾਂ, ਫਿਰ ਹੀ ਗੁਰੂ ਨਾਨਕ ਪਾਤਸ਼ਾਹ ਆਪਾਂ ਨੂੰ ਫਰਮਾਉਂਦੇ, ਤੋ ਦੀਵਾਨਾ ਜਾਣੀਏ ਜਾਂ ਗੁਰ ਕੀ ਕਾਰ ਕਮਾਈ। ਵੀ ਗੁਰੂ ਦੀ ਦੱਸੀ ਹੋਈ ਜਿਹੜੀ ਕਾਰ ਇਹ ਅਸੀਂ ਕਮਾਈਏ ਇੱਕੋ ਹੀ, ਅਤੇ ਜੋ ਮਾਲਕ ਦਾ ਹੁਕਮ ਸਾਡੇ ਵਾਸਤੇ, ਉਹ ਹੁਕਮ ਨੂੰ ਬੁੱਝੀਏ, ਉਹ ਹੁਕਮ ਦੇ ਵਿੱਚ ਆਈਏ ਅਤੇ ਆਪਦੀ ਮੱਤ ਆਪਦੀ ਸਿਆਣਪ ਨੂੰ ਛੱਡ ਦੀਏ। ਆ ਮਹਾਰਾਜ ਕਹਿੰਦੇ, ਤੋ ਦੀਵਾਨਾ ਜਾਣੀਏ ਜਾਂ ਏਕਾਕਾਰ ਕਮਾਏ, ਹੁਕਮ ਪਛਾਣੇ ਖਸਮ ਕਾ, ਦੂਜੀ ਅਵਰ ਸਿਆਣਪ ਕਾਏ। ਵੀ ਆਪਦੀ ਸਿਆਣਪ ਜਿਹੜੀ ਉਹ ਕਾਹਦੀ, ਵੀ ਅਸੀਂ ਹੁਕਮ ਦੇ ਵਿੱਚ ਆਉਣਾ, ਮਾਲਕ ਦੇ ਹੁਕਮ ਦੀ ਪਹਿਚਾਣ ਕਰਨੀ। ਉਹ ਪਹਿਚਾਣ ਸਾਨੂੰ ਤਾਂ ਹੀ ਆਏਗੀ ਜੇ ਅਸੀਂ ਗੁਰੂ ਦੀ ਦੱਸੀ ਹੋਈ ਕਾਰ ਕਮਾਵਾਂਗੇ। ਜੇ ਅਸੀਂ ਹੁਣ ਸਿਮਰਨ ਅਭਿਆਸ ਕਰਾਂਗੇ, ਸਾਡਾ ਮਨ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੋਏਗਾ, ਫਿਰ ਸਾਨੂੰ ਹੁਕਮ ਦੀ ਪਹਿਚਾਣ ਆਉਣੀ। ਫਿਰ ਹੀ ਅਸੀਂ ਉਹ ਨਾਮ ਤੱਕ ਪਹੁੰਚਣਾ ਜੋ ਸਾਡੇ ਮਨ ਵਾਸਤੇ ਸਾਰਿਆਂ ਲਈ ਹੁਕਮ ਹੈ। ਸਾਡੇ ਸਭਨਾਂ ਦੇ ਅੰਦਰ ਹੁਕਮ ਚੱਲ ਰਿਹਾ, ਮਾਲਕ ਬੋਲ ਰਹੀ, ਸਾਰਿਆਂ ਦੇ ਅੰਦਰ ਬੋਲਦੇ। ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਵੀ ਜਿੰਨੇ ਵੀ ਘਟ ਸਰੀਰ, ਸਭਨਾਂ ਦੇ ਅੰਦਰ ਰਾਮ ਵਾਹਿਗੁਰੂ ਬੋਲਦਾ। ਜੋ ਬੋਲ ਰਹੇ ਉਹੀ ਹੁਕਮ ਹੈ। ਉਹ ਹੁਕਮ ਦੀ ਅਸੀਂ ਪਹਿਚਾਣ ਕਰਨੀ ਅਤੇ ਉਹ ਹੁਕਮ ਦੇ ਵਿੱਚ ਆਉ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਇਹ ਹੁਕਮ ਦੀ ਪਹਿਚਾਣ ਕਰਨ ਵਾਸਤੇ ਇਹ ਅਸੀਂ ਵੱਧ ਤੋਂ ਵੱਧ ਸਿਮਰਨ ਕਰਨਾ, ਬਹਿੰਦੇ ਉੱਠਦੇ ਕੰਮ ਕਾਰ ਕਰਦੇ। ਹੁਣ ਸਾਡਾ ਮਨ ਬਾਹਰਮੁਖੀ ਹੈ, ਵਿਚਾਰਾਂ ਦੇ ਵਿੱਚ ਅਸੀਂ ਜਦੋਂ ਬਾਹਰੋਂ ਅੰਤਰਮੁਖੀ ਹੋ ਜਾਵਾਂਗੇ, ਫਿਰ ਅਸੀਂ ਅੰਦਰੋਂ ਸੁਣਾਂਗੇ। ਜਿਵੇਂ ਜਦੋਂ ਅਸੀਂ ਬਾਹਰਮੁਖੀ, ਅਸੀਂ ਬਾਹਰ ਦੀਆਂ ਆਵਾਜ਼ਾਂ ਸੁਣਦੇ, ਸਾਡੇ ਨੇਤਰ ਬਾਹਰਮੁਖੀ, ਅਸੀਂ ਬਾਹਰ ਮਾਇਆ ਨੂੰ ਦੇਖਦੇ, ਸਰੀਰਾਂ ਨੂੰ, ਸੰਸਾਰ ਨੂੰ ਦੇਖਦੇ, ਮਾਇਆ। ਜਦੋਂ ਅਸੀਂ ਅੰਤਰਮੁਖੀ ਹੋ ਜਾਵਾਂਗੇ, ਅਸੀਂ ਅੰਦਰ ਮਾਲਕ ਨੂੰ ਦੇਖਾਂਗੇ। ਔਰ ਇਸੇ ਤਰ੍ਹਾਂ ਕੰਨ ਸਾਡੇ ਬਾਹਰਮੁਖੀ, ਅਸੀਂ ਬਾਹਰ ਦੀਆਂ, ਸੰਸਾਰ ਦੀਆਂ ਆਵਾਜ਼ਾਂ ਸੁਣਦੇ ਹਾਂ। ਜਦੋਂ ਸਾਡੇ ਕੰਨ ਅੰਤਰਮੁਖੀ ਅਸੀਂ ਹੋ ਜਾਵਾਂਗੇ ਅਤੇ ਅਸੀਂ ਅੰਦਰੋਂ ਮਾਲਕ ਦੇ ਹੁਕਮ ਨੂੰ ਸੁਣਾਂਗੇ, ਸੱਚੀ ਬਾਣੀ ਨਾਮ ਨੂੰ ਸੁਣਾਂਗੇ। ਹੌਲੀ ਅਸੀਂ ਬਾਹਰੀ ਸੰਸਾਰ ਦੀਆਂ ਗੱਲਾਂ ਕਰਦੇ ਹਾਂ ਮੁੱਖ ਦੁਆਰਾ। ਜਦੋਂ ਹੁਣ ਅਸੀਂ ਸਿਮਰਨ ਕਰਦੇ ਕਰਦੇ ਅੰਤਰਮੁਖੀ ਹੋ ਜਾਵਾਂਗੇ, ਸਾਨੂੰ ਅੰਦਰੋਂ ਹੀ ਰਸ ਆਉਣਾ ਸ਼ੁਰੂ ਹੋ ਜਾਏ, ਹਰ ਰਸ, ਬ੍ਰਹਮ ਰਸ, ਨਾਮ ਰਸ। ਸੋ ਇਸ ਵਾਸਤੇ ਹੁਣ ਆਪਾਂ ਨੂੰ ਸਮਝਾਉਂਦੇ, ਅਸੀਂ ਬਾਹਰ ਤਾਂ ਦੇਖ ਲਿਆ ਸੰਸਾਰ ਦਾ ਸਾਰਾ ਕੁਛ, ਰੰਗ ਤਮਾਸ਼ੇ ਵੀ, ਹੁਣ ਅਸੀਂ ਅੰਦਰੋਂ ਵੀ ਦੇਖੀ। ਹੁਣ ਅਸੀਂ ਬਾਹਰ ਦੀਆਂ ਤਾਂ ਬਥੇਰੀਆਂ ਯਾਤਰਾ ਕਰ ਲਈਆਂ, ਅਸੀਂ ਅੰਦਰ ਦੀ ਵੀ ਯਾਤਰਾ ਕਰੀ। ਜਿਹੜਾ ਰਸਤਾ ਸਾਡੇ ਘਰ ਨੂੰ ਜਾਂਦਾ, ਅਸੀਂ ਉਹ ਮਹਿਲ ਦੇ ਵਿੱਚ ਜਾਈਏ। ਹੁਣ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਾਡੀ ਯਾਤਰਾ ਫਿਰ ਸਫਲ ਜਦੋਂ ਅਸੀਂ ਆਪਣੇ ਘਰ ਚਲੇ ਜਾਵਾਂਗੇ। ਘਰ ਜਾਣ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ, ਬਹਿੰਦੇ ਉੱਠਦੇ ਕੰਮ ਕਾਰ ਕਰਦੇ। ਜਦੋਂ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ, ਸਹਿਜ ਦੇ ਨਾਲ ਵਿਚਾਰਨਾ, ਕਿਉਂਕਿ ਸਾਰੀ ਗੁਰਬਾਣੀ ਆਪਣੀ ਕਾਇਆ ਦੀ ਖੋਜ ਹੈ, ਅੰਦਰ ਦਾ ਹੀ ਸਾਨੂੰ ਭੇਜ ਦਿੰਦੇ, ਕੁਛ ਬਾਹਰ ਦਾ ਨਹੀਂ, ਸਾਰਾ ਸਾਡੇ ਅੰਦਰ ਦਾ ਹੀ
ਖੋਜ ਕਰਕੇ ਦੱਸਿਆ ਹੋਇਆ। ਜਦੋਂ ਆਪਾਂ ਖੋਜੀ ਬਣ ਕੇ ਚੱਲਾਂਗੇ ਸਾਨੂੰ ਅੰਦਰ ਦਾ ਭੇਤ ਆ ਜਾਏਗਾ। ਅਤੇ ਵੱਧ ਤੋਂ ਵੱਧ ਆਪਾਂ ਸੰਗਤ ਕਰਨੀ, ਜਿੰਨੀ ਆਪਾਂ ਸੰਗਤ ਕਰਦੇ ਓਨਾ ਹੀ ਸਾਨੂੰ ਲਾਹਾ। ਜਿਵੇਂ ਬੱਚਾ ਸਕੂਲ ਜਾਂਦਾ ਫਿਰ ਹੀ ਉਹਨੂੰ ਪੜ੍ਹਾਈ ਆਉਂਦੀ, ਜੇ ਉਹ ਸਕੂਲ ਨਾ ਜਾਵੇ ਤਾਂ ਉਹ ਪਾਸ ਨਹੀਂ ਹੋ ਸਕਦਾ। ਇਸੇ ਤਰ੍ਹਾਂ ਹੀ ਸਤ ਸੰਗਤ ਸਕੂਲ ਹੈ ਅਤੇ ਗੁਰਬਾਣੀ ਗੁਰੂ ਬ੍ਰਹਮ ਦਾ ਗਿਆਨ ਹੈ। ਜੇ ਅਸੀਂ ਸਤਿਗੁਰਾਂ ਦੇ ਸਕੂਲ 'ਚ ਆਵਾਂਗੇ ਫਿਰ ਹੀ ਸਾਨੂੰ ਬ੍ਰਹਮ ਦਾ ਗਿਆਨ ਹੋਣਾ, ਫਿਰ ਹੀ ਸਾਨੂੰ ਗੁਰਬਾਣੀ ਗੁਰੂ ਦੀ ਸਮਝ ਲੱਗਣੀ। ਜਿਹੜਾ ਜੀਵ ਸਤ ਸੰਗਤ ਨਹੀਂ ਕਰਦਾ ਉਹਨੂੰ ਗੁਰਬਾਣੀ ਗੁਰੂ ਦੀ ਸਮਝ ਨਹੀਂ ਆਉਂਦੀ। ਬੇਸ਼ੱਕ ਉਹ ਪੜ੍ਹਦਾ ਵੀ ਹੈ, ਪੜ੍ਹਦੇ ਵੀ ਉਹਦਾ ਮਨ ਨਹੀਂ ਟਿਕਦਾ, ਉਹਨੂੰ ਪਤਾ ਹੀ ਨਹੀਂ ਵੀ ਮੈਂ ਕੀ ਪੜ੍ਹ ਰਿਹਾ, ਕਿਉਂਕਿ ਮਨ ਤਾਂ ਟਿਕਦਾ ਨਹੀਂ, ਮਨ ਤਾਂ ਵਿਚਾਰਾਂ 'ਚ ਭੱਜਾ ਫਿਰਦਾ। ਇਸ ਵਾਸਤੇ ਫਿਰ ਅਸੀਂ ਸਤ ਸੰਗਤ ਕਰਨੀ ਹੁੰਦੀ ਵੀ ਤਾਂ ਕਿ ਸਾਨੂੰ ਪਤਾ ਲੱਗ ਜੇ ਵੀ ਅਸੀਂ ਕਿਵੇਂ ਸਿਮਰਨ ਕਰਨਾ, ਕਿਵੇਂ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹਨਾ, ਤਾਂ ਕਿ ਸਾਡਾ ਜਿਹੜਾ ਮਨ ਹੈ ਉਹ ਇਕਾਗਰ ਹੋ ਸਕੇ, ਸਾਡਾ ਮਨ ਬਾਹਰ ਨਾ ਜਾਵੇ, ਇਹ ਘਰ ਆ ਜਾਵੇ। ਬਾਕੀ ਇਹ ਜੋ ਆਪਾਂ ਗਿਆਨ ਦੀ ਸਾਂਝ ਪਾਉਂਦੇ ਸਾਰਾ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ, ਉਸੇ ਗਿਆਨ ਨੂੰ ਆਪਾਂ ਰੋਜ਼ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਆਪਣੇ ਹਿਰਦੇ 'ਚ ਵਸ ਜੇ ਅਤੇ ਆਪਾਂ ਵੀ ਮਨ ਨੂੰ ਇਹ ਗਿਆਨ ਦੀ ਮੱਤ, ਗੁਰੂ ਦੀ ਮੱਤ ਦੇ ਕੇ ਇਹਨੂੰ ਘਰ ਲੈ ਕੇ ਚੱਲੀਏ, ਤਾਂ ਕਿ ਇਹ ਸੁਖੀ ਹੋਵੇ ਅਤੇ ਆਨੰਦ ਅਵਸਥਾ 'ਚ ਆਵੇ ਅਤੇ ਇਹ ਸਦਾ ਵਾਸਤੇ ਜੀਵਨ ਮੁਕਤ ਹੋ ਜੇ। ਸੋ ਗੁਰਮੁਖ ਪਿਆਰਿਓ, ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।